ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦੇ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਖੁਰਾਕ ਜਿਹੜੀ ਆ ਉਹ ਦੋ ਤਰ੍ਹਾਂ ਦੀ ਹੁੰਦੀ ਆ। ਇੱਕ ਖੁਰਾਕ ਹੁੰਦੀ ਆ ਆਬੀ ਅਤੇ ਦੂਸਰੀ ਹੁੰਦੀ ਹੈ ਪਿਸ਼ਾਬੀ। ਹੁਣ ਜਿਹੜੀ ਆਬੀ ਖੁਰਾਕ ਹੈਗੀ ਆ ਇਹ ਜ਼ਮੀਨ ਭੌਂ ਦੇ ਵਿੱਚੋਂ ਪੈਦਾ ਹੁੰਦੀ ਹੈ, ਜਿਵੇਂ ਕਣਕ ਆ, ਮੱਕੀ ਆ, ਛੋਲੇ, ਸਬਜ਼ੀ, ਫਲ ਆਦਿ। ਅਤੇ ਦੂਸਰੀ ਜਿਹੜੀ ਪਿਸ਼ਾਬੀ ਖੁਰਾਕ ਹੁੰਦੀ ਆ, ਇਹ ਖੁਰਾਕ ਜਿਹੜੀ ਹੈ ਮਾਸ, ਸ਼ਰਾਬ, ਮੀਟ, ਆਂਡੇ ਆਦਿਕ ਜਿਹੜੀ ਹੈ ਤਮੋਗੁਣੀ ਖੁਰਾਕ ਹੈਗੀ ਆ। ਇਸੇ ਤਰ੍ਹਾਂ ਜਿਵੇਂ ਪੱਛਮ ਦੇ ਜਿਹੜੇ ਲੋਕੀ ਆ ਉਹ ਮਾਸ, ਸ਼ਰਾਬ ਪੀਣ ਦੇ ਸ਼ੌਕੀਨ ਵਾ, ਅਤੇ ਜਿਨ੍ਹਾਂ ਦੇ ਵਿੱਚੋਂ ਮੁਸਲਮਾਨ, ਯਹੂਦੀ ਅਤੇ ਈਸਾਈ ਆਦਿ ਆ ਜਾਂਦੇ ਆ। ਪੱਛਮੀ ਲੋਕਾਂ ਦਾ ਖਿਆਲ ਆ ਕਿ ਜਿਹੜੀ ਮਾਸ ਹੈਗਾ, ਮਾਸ ਖਾਣ ਨਾਲ ਆਦਮੀ ਨੂੰ ਸਰੀਰਕ ਤਾਕਤ ਮਿਲਦੀ ਆ, ਅਤੇ ਸ਼ਰਾਬ ਪੀਣ ਦੇ ਨਾਲ ਆਦਮੀ ਦਾ ਦਿਲ ਜਿਹੜਾ ਉਹ ਸ਼ੇਰ ਵਰਗਾ ਹੋ ਜਾਂਦਾ ਹੈਗਾ। ਪਰ ਅਸਲ ਦੇ ਵਿੱਚ ਅਗਰ ਅਸੀਂ ਗੁਰਮਤਿ ਦੀ ਖੋਜ ਕਰੀਏ ਤਾਂ ਸਾਨੂੰ ਪਤਾ ਲੱਗਦਾ ਕਿ ਜਿਹੜਾ ਬ੍ਰਹਮਚਰਜ ਨਾ ਆਦਮੀ ਦਾ ਰੱਖਣਾ ਹੈਗਾ, ਅਸਲ ਦੇ ਵਿੱਚ ਇਸ ਦੇ ਨਾਲ ਵਿਕਾਰਾਂ ਤੋਂ ਛੁਟਕਾਰਾ ਮਿਲਦਾ। ਅਤੇ ਦੂਸਰਾ ਕੀ ਹੈਗਾ ਕਿ ਜਿਹੜੀ ਨਿਰਭਉਤਾ ਹੈਗੀ ਆ ਅੰਦਰ ਆਉਂਦੀ, ਉਹ ਸਿਮਰਨ ਸਾਧਨਾ ਦੁਆਰਾ ਆਉਂਦੀ ਆ, ਅਤੇ ਜਿਹਦੇ ਨਾਲ ਸਰੀਰਕ ਪੱਖੋਂ ਵੀ ਆਦਮੀ ਜਿਹੜਾ ਹੈ ਨਾ ਅਥਾਹ ਸ਼ਕਤੀਵਾਨ ਹੋ ਜਾਂਦਾ ਹੈਗਾ। ਅਤੇ ਬਾਕੀ ਰਹੀ ਮਨ ਦੀਆਂ ਵਾਸ਼ਨਾਵਾਂ, ਇਹ ਜਿਹੜੀਆਂ ਮਨ ਦੀਆਂ ਵਾਸ਼ਨਾਵਾਂ 'ਤੇ ਕਾਬੂ ਕਰਨਾ ਹੈਗਾ, ਇਹ ਜਿਹੜੇ ਗੁਰਮੁਖ ਕਰਦੇ ਆ ਅਸਲ ਦੇ ਵਿੱਚ ਉਹ ਮਹਾਬਲੀ ਕਹਾਉਂਦੇ ਹੈਗੇ ਆ। ਇਸ ਕਰਕੇ ਸੰਤ ਮਹਾਂਪੁਰਖ ਬਾਬਾ ਜਵਾਲਾ ਸਿੰਘ ਹੋਣਾ ਦੇ ਨਾਲ ਦੇ ਜਿਹੜੇ ਸਾਥੀ ਸੀ ਉਹਨਾਂ ਟਾਈਮਾਂ ਦੇ ਵਿੱਚ, ਉਹ ਨਾ ਤਾਂ ਮਾਸ, ਸ਼ਰਾਬ, ਮੀਟ, ਆਂਡੇ ਆਦਿ ਦਾ ਸੇਵਨ ਨਹੀਂ ਸੀ ਕਰਦੇ। ਕੇਵਲ ਅਤੇ ਕੇਵਲ ਜਿਹੜੀ ਆਬੀ ਖੁਰਾਕ ਸੀਗੀ, ਸਤੋਗੁਣੀ ਬਿਰਤੀ ਨੂੰ ਕਾਇਮ ਰੱਖਣ ਵਾਲੀ ਖੁਰਾਕ ਹੈਗੀ ਆ, ਜਿਵੇਂ ਕਿ ਕਣਕ ਹੈਗੀ ਆ, ਜੌਂ, ਛੋਲੇ, ਫਲ ਫਰੂਟ ਆ, ਉਹਦਾ ਸੇਵਨ ਕਰਦੇ ਹੁੰਦੇ ਸੀ। ਇਸ ਕਰਕੇ ਇਹਨਾਂ ਦੇ ਸਾਥੀ ਜਿਹੜੇ ਆ ਮੀਟ, ਸ਼ਰਾਬ ਬਿਲਕੁਲ ਨਹੀਂ ਸੀ ਵਰਤਦੇ। ਪਰ ਕਿਸੇ ਨੇ ਜਿਹੜੀ ਸੀ ਉਹਨਾਂ ਟਾਈਮਾਂ ਦੇ ਵਿੱਚ ਇਹਨਾਂ ਦਾ ਜਿਹੜਾ ਮੇਨ ਸਾਹਿਬ ਸੀਗਾ ਉੱਪਰਲਾ ਕਮਾਂਡਰ, ਉਹਨੂੰ ਸੰਤ ਮਹਾਂਪੁਰਸ਼ਾਂ ਦੀ ਜਿਹੜੀ ਸੀ ਰਿਪੋਰਟ ਕਰ ਦਿੱਤੀ ਕਿ ਸੰਤ ਜਵਾਲਾ ਸਿੰਘ ਅਤੇ ਇਹਦੇ ਨਾਲ ਦੇ ਸਾਥੀ ਜਿਹੜੇ ਆ ਇਹ ਨਾ ਤਾਂ ਸ਼ਰਾਬ ਪੀਂਦੇ ਆ, ਨਾ ਮੀਟ ਖਾਂਦੇ ਆ, ਨਾ ਕੁਛ ਇਸ ਤਰ੍ਹਾਂ ਦੀ ਖੁਰਾਕ ਜਿਹੜੀ ਆ ਉਹ ਆਪਣੇ ਸਾਥੀਆਂ ਨੂੰ ਲੈਣ ਦਿੰਦੇ ਆ। ਜਦ ਇਹ ਸ਼ਿਕਾਇਤ ਜਿਹੜੀ ਸੀ ਕਮਾਂਡਰ ਤੱਕ ਪਹੁੰਚੀ ਆ ਤਾਂ ਉਸ ਟਾਈਮ ਫਿਰ ਕਮਾਂਡਰ ਨੇ ਮਹਾਂਪੁਰਖਾਂ ਦੀ ਪੇਸ਼ੀ ਕੀਤੀ, ਆਪਣੇ ਦਫ਼ਤਰ 'ਚ ਬੁਲਾਇਆ। ਜਦੋਂ ਬਾਬਾ ਜਵਾਲਾ ਸਿੰਘ ਜੀ ਦਫ਼ਤਰ 'ਚ ਗਏ ਅਤੇ ਫਿਰ ਉਸ ਕਮਾਂਡਰ ਨੇ ਮਹਾਂਪੁਰਖਾਂ ਨੂੰ ਆਖਿਆ ਕਿ ਮੈਂ ਸੁਣਿਆ ਹੈਗਾ ਕਿ ਤੁਸੀਂ ਮਾਸ, ਸ਼ਰਾਬ ਦੀ ਵਰਤੋਂ ਨਾ ਆਪ ਕਰਦੇ ਆ, ਨਾ ਆਪਣੇ ਸਾਥੀਆਂ ਨੂੰ ਕਰਨ ਦਿੰਦੇ ਆ। ਅਗਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਫਿਰ ਤੁਸੀਂ ਜੰਗ ਦੇ ਅੰਦਰ ਕਿਵੇਂ ਜੂਝੋਗੇ, ਅਤੇ ਤੁਹਾਡੇ ਅੰਦਰ ਜਿਹੜੀ ਹੈ ਜੰਗ ਦੇ ਅੰਦਰ ਫਿਰ ਨਿਡਰਤਾ ਕਿਵੇਂ ਆਊਗੀ। ਜਦ ਇਹ ਆਦਿਕ ਜਿਹੜੇ ਸੀਗੇ ਉਹ ਜਵਾਬ ਇਹਨਾਂ ਦੇ ਕਮਾਂਡਰ ਨੇ ਦਿੱਤੇ ਸੀ। ਫਿਰ ਮਹਾਂਪੁਰਖਾਂ ਨੇ ਆਖਿਆ ਸੀ ਕਿ ਦੇਖੋ, ਜਾਨਵਰਾਂ ਦੀ ਹੱਤਿਆ ਕਰਨੀ ਅਤੇ ਜਿਹੜੀ ਰਾਖਸ਼ੀ ਦਾਰੂ ਪੀਣੀ ਹੈਗੀ ਹੈ, ਇਹਦੇ ਨਾਲ ਨਿਰਭਤਾ ਨਹੀਂ ਆਉਂਦੀ, ਇਹਦੇ ਨਾਲ ਆਦਮੀ ਦੇ ਅੰਦਰ ਨਿਡਰਤਾ ਨਹੀਂ ਆਉਂਦੀ, ਆਦਮੀ ਨਿਰਭਉ ਨਹੀਂ ਬਣਦਾ ਹੈਗਾ। ਕਿਉਂਕਿ ਕੇਵਲ ਅਤੇ ਕੇਵਲ ਪਰਮਾਤਮਾ ਦਾ ਸਿਮਰਨ ਅਤੇ ਪਰਮਾਤਮਾ ਦੀ ਜਿਹੜੀ ਸੇਵਾ ਹੈਗੀ ਆ ਮਨੁੱਖਤਾ ਦੀ, ਇਹ ਆਦਮੀ ਨੂੰ ਜਿਹੜਾ ਹੈ ਨਾ ਉਹ ਨਿਰਭੈ ਬਣਾ ਸਕਦੀ ਆ। ਜਦ ਮਹਾਂਪੁਰਖਾਂ ਨੇ ਇਸ ਤਰ੍ਹਾਂ ਦੇ ਬਚਨ ਜਿਹੜੇ ਸੀ ਆਪਣੇ ਵੱਡੇ ਕਮਾਂਡਰ ਨਾਲ ਕੀਤੇ ਸੀ, ਫਿਰ ਕਮਾਂਡਰ ਕਹਿਣ ਲੱਗਾ ਕਿ ਮੈਨੂੰ ਤੁਸੀਂ ਇਸ ਗੱਲ ਦਾ ਸਬੂਤ ਦਿਓ ਕਿ ਕਿਵੇਂ ਬਿਨਾਂ ਸ਼ਰਾਬ ਖਾਣ ਪੀਣ ਤੋਂ ਆਦਮੀ ਜਿਹੜਾ ਹੈਗਾ ਉਹ ਦਲੇਰ ਹੋ ਸਕਦਾ ਹੈਗਾ ਅਤੇ ਉਹਦੇ ਅੰਦਰ ਸਰੀਰਕ ਸ਼ਕਤੀ ਜ਼ਿਆਦਾ ਹੋ ਸਕਦੀ ਆ। ਫਿਰ ਉਸ ਟਾਈਮ ਬਾਬਾ ਜਵਾਲਾ ਸਿੰਘ ਹੁਣਾਂ ਨੇ ਕਮਾਂਡਰ ਨੂੰ ਕਿਹਾ ਸੀਗਾ ਤੁਸੀਂ ਇਸ ਤਰ੍ਹਾਂ ਕਰੋ, 2 ਪਾਰਟੀਆਂ ਤਿਆਰ ਕਰੋ, ਦੋਨਾਂ ਪਾਰਟੀਆਂ ਦਾ ਮੁਕਾਬਲਾ ਬਣਾਵੋ। ਫਿਰ ਤੁਹਾਨੂੰ ਪਤਾ ਲੱਗਦਾ ਹੈਗਾ ਕਿ ਜਿਹੜੇ ਆਦਮੀ ਸ਼ਰਾਬ ਨਹੀਂ ਪੀਂਦੇ, ਮੀਟ ਨਹੀਂ ਖਾਂਦੇ, ਜਾਂ ਹੋਰ ਇਸ ਤਰ੍ਹਾਂ ਦੀ ਖੁਰਾਕ ਜਿਹੜੀ ਰਾਖਸ਼ੀ ਹੁੰਦੀ ਦੀ ਵਰਤੋਂ ਨਹੀਂ ਕਰਦੇ, ਉਹਨਾਂ ਦੇ ਅੰਦਰ ਸਰੀਰਕ ਸ਼ਕਤੀ ਬਲ ਕਿੰਨਾ ਹੈਗਾ, ਅਤੇ ਜਿਹੜੇ ਇਸ ਚੀਜ਼ ਦੀ ਵਰਤੋਂ ਕਰਦੇ ਉਹਨਾਂ ਦੇ ਅੰਦਰ ਕਿੰਨਾ ਹੈਗਾ। ਫਿਰ ਇਹ ਗੱਲ ਜਿਹੜੀ ਸੀ ਉਹਨਾਂ ਟਾਈਮਾਂ ਦੇ ਵਿੱਚ ਇਹਨਾਂ ਦੇ ਕਮਾਂਡਰ ਨੂੰ ਬਹੁਤ ਵਧੀਆ ਲੱਗੀ। ਫਿਰ ਉਸਨੇ ਕੀ ਕੀਤਾ, ਉਹਨਾਂ ਟਾਈਮਾਂ ਦੇ ਵਿੱਚ 47 ਸਿੱਖ ਰੈਜੀਮੈਂਟ ਦਾ ਇੱਕ CO ਸੀ, ਉਹਨੂੰ ਹੁਕਮ ਦੇ ਦਿੱਤਾ ਕਿ ਤੁਸੀਂ ਇੱਦਾਂ ਕਰੋ, ਇਹਨਾਂ ਦੋਨਾਂ ਚੀਜ਼ਾਂ ਦੀ ਜਿਹੜੀ ਉਹ ਪਰਖ ਕਰੋ। ਫਿਰ ਉਸ ਟਾਈਮ ਮਹਾਂਪੁਰਖਾਂ ਦੇ ਟਾਈਮ 2 ਪਾਰਟੀਆਂ ਬਣਾਈਆਂ ਗਈਆਂ ਸੀ। ਇੱਕ ਬਣਾਈ ਗਈ ਸੀ ਫੌਜ ਦੇ ਅੰਦਰ ਮਾਸਾਹਾਰੀ, ਇੱਕ ਬਣਾਈ ਸੀ ਸ਼ਾਕਾਹਾਰੀ। ਦੋਨਾਂ ਦੇ ਅੰਦਰ ਮੁਕਾਬਲਾ ਕਰਾਇਆ ਗਿਆ ਸੀਗਾ। ਫਿਰ ਉਸ ਟਾਈਮ ਇਸ ਮੁਕਾਬਲੇ ਦੇ ਵਿੱਚ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੇ ਸਹਿਜ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਸੀ, ਅਤੇ ਜਿਸ ਨੂੰ ਦੇਖ ਕੇ ਜਿਹੜਾ ਕਮਾਂਡਰ ਸੀਗਾ ਬੜਾ ਹੈਰਾਨ ਹੋ ਗਿਆ ਸੀਗਾ। ਫਿਰ ਉਹਨਾਂ ਨੇ ਬਾਬਾ ਜਵਾਲਾ ਸਿੰਘ ਨੂੰ ਪੁੱਛਿਆ ਸੀਗਾ ਕਿ ਇਹ ਕਿਵੇਂ ਹੋ ਸਕਦਾ ਹੈਗਾ, ਅਤੇ ਮਹਾਂਪੁਰਖਾਂ ਨੇ ਇੱਕੋ ਸ਼ਬਦ ਦੇ ਵਿੱਚ ਜਵਾਬ ਦੇ ਦਿੱਤਾ ਸੀਗਾ ਕਿ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਕਿ ਸਭ ਤੋਂ ਪਹਿਲਾਂ ਮਨ ਨੂੰ ਤੁਸੀਂ ਮਜ਼ਬੂਤ ਕਰੋ, ਤਕੜਾ ਰੱਖੋ, ਅਤੇ ਮਨ ਤਾਂ ਹੀ ਤਕੜਾ ਰਹਿ ਸਕਦਾ ਹੈਗਾ ਜਦੋਂ ਵਾਸ਼ਨਾਵਾਂ ਤੋਂ ਰਹਿਤ ਹੋਵੇ। ਅਤੇ ਪਰ ਇਹ ਵਾਸ਼ਨਾਮ ਜਿਹੜੀ ਭਜਨ ਸਿਮਰਨ ਤੋਂ ਬਗੈਰ ਅੰਦਰ ਬਣਦੀ ਨਹੀਂ ਹੈ।
ਇਸ ਤਰ੍ਹਾਂ ਮਹਾਂਪੁਰਖਾਂ ਨੇ ਜਦ ਆਪਣੇ ਅਫਸਰ ਨੂੰ ਜਿਹੜਾ ਸੀਗਾ ਇਹ ਉਪਦੇਸ਼ ਦਿੱਤਾ ਸੀ, ਉਸ ਤੋਂ ਬਾਅਦ ਫਿਰ ਇਹਨਾਂ ਦੇ ਅਫਸਰ ਨੇ ਕਦੀ ਵੀ ਕਿਸੇ ਜਵਾਨ ਨੂੰ ਇਹ ਨਹੀਂ ਸੀ ਕਿਹਾ ਕਿ ਤੁਸੀਂ ਮੀਟ ਸ਼ਰਾਬ ਫੌਜ ਦੇ ਵਿੱਚ ਜ਼ਰੂਰ ਸੇਵਨ ਕਰੋ ਇਹ ਤੱਕ। ਫਿਰ ਉਹਨੇ ਇਹ ਆਖਿਆ ਸੀਗਾ ਕਿ ਜਿਹਦਾ ਦਿਲ ਕਰਦਾ ਹੈਗਾ ਉਹ ਮੀਟ ਸ਼ਰਾਬ ਦਾ ਸੇਵਨ ਕਰੇ, ਜਿਹਦਾ ਦਿਲ ਕਰਦਾ ਹੈਗਾ ਉਹ ਬੇਸ਼ੱਕ ਨਾ ਕਰੇ। ਇਸ ਕਰਕੇ ਫੌਜ ਵੱਲੋਂ ਇਹ ਸਾਰੀ ਜਿਹੜੀ ਪਾਬੰਦੀ ਸੀ ਪਹਿਲਾਂ ਟਾਈਮਾਂ ਦੇ ਵਿੱਚ ਜ਼ਰੂਰੀ ਸੀਗਾ ਮਾਸ ਅਤੇ ਸ਼ਰਾਬ ਦੀ ਵਰਤੋਂ ਕਰਨੀ, ਉਹ ਪੂਰੀ ਤਰ੍ਹਾਂ ਹਟਾ ਦਿੱਤੀ ਗਈ ਸੀ। ਸੋ ਇਸੇ ਤਰ੍ਹਾਂ ਜਦੋਂ 1915 ਦੇ ਵਿੱਚ ਪਹਿਲੀ ਵਾਰ ਜਦ ਵਿਸ਼ਵ ਜੰਗ ਕੁਝ ਸਮੇਂ ਵਾਸਤੇ ਰੁਕਿਆ ਸੀਗਾ ਅਤੇ ਉਸ ਟਾਈਮ ਭਾਰਤੀ ਫੌਜ ਦੇ ਜਿੰਨੇ ਜਵਾਨ ਸੀ ਹੈ ਨਾ, ਉਹਨਾਂ ਜਵਾਨਾਂ ਦੇ ਪ੍ਰਤੀ ਇਹ ਨੋਟਿਸ ਜਿਹੜਾ ਸੀ ਉਸ ਟਾਈਮ ਦੀਆਂ ਸਰਕਾਰਾਂ ਨੇ ਲਾਇਆ ਸੀਗਾ ਕਿ ਜਦ ਤੱਕ ਜਿਹੜੀ ਜੰਗ ਹੈ ਕੁਛ ਟਾਈਮ ਲਈ ਬੰਦ ਹੈਗੀ, ਤੁਸੀਂ ਆਪੋ ਆਪਣੇ ਦੇਸ਼ ਭਾਰਤ ਜਾ ਸਕਦੇ ਆ। ਜਦ ਇਹ ਖੁਸ਼ੀ ਦੀ ਖਬਰ ਆਈ ਸੀ ਫਿਰ ਉਹ ਸਾਰੇ ਜਵਾਨਾਂ ਨੇ ਮਿਲ ਕੇ ਉਹਨਾਂ ਟਾਈਮਾਂ ਵਿੱਚ ਦੀਪਮਾਲਾ ਵੀ ਕੀਤੀ ਸੀ, ਮਠਿਆਈਆਂ ਵੀ ਵੰਡੀਆਂ ਸੀ ਅਤੇ ਗੁਰਦੁਆਰਿਆਂ ਮੰਦਰਾਂ ਮਸਜਿਦ ਮਸੀਤਾਂ ਦੇ ਵਿੱਚ ਵੱਡੇ ਸਮਾਗਮ ਵੀ ਹੋਏ ਸੀ। ਅਤੇ ਇਹਦੇ ਵਿੱਚ ਫਿਰ ਜਿਹੜੇ ਸੀਗੇ ਉਹ ਸੈਨਿਕ ਜਵਾਨਾਂ ਨੇ ਉਹਨਾਂ ਟਾਈਮਾਂ 'ਚ ਅਰਦਾਸੇ ਵੀ ਸੋਧੇ ਸੀਗੇ। ਇਹਦੇ ਵਿੱਚ ਹੀ ਹੈ ਨਾ ਮਹਾਂਪੁਰਖਾਂ ਦਾ ਜਿਹੜਾ ਬੇੜਾ ਸੀ ਫਰਾਂਸ ਦੀ ਮਾਰਸ਼ਲ ਬੰਦਰਗਾਹ ਤੋਂ ਉਹਨਾਂ ਟਾਈਮਾਂ ਦੇ ਵਿੱਚ 15 ਨਵੰਬਰ 1916 ਨੂੰ ਜਿਹੜਾ ਸੀ ਉਹ ਭਾਰਤ ਨੂੰ ਤੁਰਿਆ ਸੀਗਾ। ਜਦੋਂ ਭਾਰਤ ਨੂੰ ਤੁਰਿਆ ਸੀਗਾ ਫਿਰ ਜਦੋਂ ਸੰਤ ਬਾਬਾ ਜਵਾਲਾ ਸਿੰਘ ਜੀ ਜਦੋਂ ਇਸ ਸਮੁੰਦਰੀ ਜਹਾਜ਼ ਦੇ ਵਿੱਚ ਦਾਖਲ ਅੰਦਰ ਹੋਏ ਸੀ, ਉਹਨਾਂ ਟਾਈਮਾਂ ਦੇ ਵਿੱਚ ਸੰਤ ਬਾਬਾ ਮੇਹਰ ਸਿੰਘ ਹੁਣਾਂ ਦੇ ਜਿਹੜੀ ਪਲਟਨ ਸੀ ਉਹ ਵੀ ਇਸ ਜਹਾਜ਼ 'ਚ ਸੀ ਅਤੇ ਦੋਨਾਂ ਮਹਾਂਪੁਰਖਾਂ ਦਾ ਮਿਲਾਪ ਹੋ ਗਿਆ। ਜਦੋਂ ਮਿਲਾਪ ਹੋਇਆ ਤਾਂ ਫਿਰ ਬਾਬਾ ਜਵਾਲਾ ਸਿੰਘ ਅਤੇ ਸੰਤ ਮੇਹਰ ਸਿੰਘ ਹੁਣਾਂ ਨੇ ਆਪਸ ਵਿੱਚ ਜਿਹੜੇ ਸੀਗੇ ਉਹ ਗੁਰਮਤਿ ਦੇ ਕਈ ਪ੍ਰਸ਼ਨ ਇੱਕ ਦੂਸਰੇ ਦੇ ਨਾਲ ਸਾਂਝੇ ਕੀਤੇ ਸੀ। ਉਸ ਤੋਂ ਬਾਅਦ ਦੋਨਾਂ ਮਹਾਂਪੁਰਖਾਂ ਨੇ ਸਲਾਹ ਕੀਤੀ ਕਿ ਇਹ ਜਿਹੜਾ ਜਹਾਜ਼ ਹੈਗਾ ਇਹ ਸਹੀ ਸਲਾਮਤ ਬੰਬਈ ਬੰਦਰਗਾਹ 'ਤੇ ਪਹੁੰਚ ਜਾਵੇ। ਇਸ ਕਰਕੇ ਅਖੰਡ ਪਾਠ ਸਾਹਿਬ ਜਿਹੜਾ ਹੈਗਾ ਨਾ ਉਹ ਸਮੁੰਦਰੀ ਜਹਾਜ਼ ਦੇ ਵਿੱਚ ਰੱਖਣ ਦਾ ਉਹਨਾਂ ਟਾਈਮਾਂ ਦੇ ਵਿੱਚ ਮਹਾਂਪੁਰਖਾਂ ਦੋਨਾਂ ਨੇ ਪ੍ਰਬੰਧ ਕਰ ਲਿਆ ਸੀਗਾ। ਪਰ ਜਦੋਂ ਇਹ ਅਖੰਡ ਪਾਠ ਸ਼ੁਰੂ ਹੋਇਆ, ਅਖੰਡ ਪਾਠ ਪਹਿਲੇ ਦਾ ਭੋਗ ਪਿਆ, ਉਸ ਤੋਂ ਬਾਅਦ ਕਿਉਂ ਸਫ਼ਰ ਲੰਬਾ ਸੀ ਨਾਲ ਹੀ ਫਿਰ ਦੂਸਰਾ ਅਖੰਡ ਪਾਠ ਸਾਹਿਬ ਸ਼ੁਰੂ ਕੀਤਾ। ਜਦੋਂ ਦੂਸਰਾ ਅਖੰਡ ਪਾਠ ਸ਼ੁਰੂ ਹੋਇਆ ਤਾਂ ਉਸ ਟਾਈਮ ਸਮੁੰਦਰ ਦੇ ਵਿੱਚ ਜਵਾਰ ਭਾਟਾ ਆਉਣਾ ਸ਼ੁਰੂ ਹੋ ਗਿਆ। ਜਦ ਜਵਾਰ ਭਾਟਾ ਆਇਆ, ਜਵਾਰ ਭਾਟਾਂ ਦੀਆਂ ਜਿਹੜੀਆਂ ਛੱਲਾਂ ਸੀ ਉਹ ਘਟਣ ਦੀ ਬਜਾਏ ਵਧਣ ਲੱਗੀਆਂ ਅਤੇ ਫਿਰ ਖਤਰਾ ਪੈਦਾ ਹੋ ਗਿਆ। ਉਸ ਟਾਈਮ ਜਿਹੜਾ ਜਹਾਜ਼ ਦਾ ਮੇਨ ਪਾਇਲਟ ਸੀਗਾ ਜਹਾਜ਼ ਨੂੰ ਚਲਾਉਣ ਵਾਲਾ, ਉਹਨੇ ਖਤਰੇ ਦੀ ਘੰਟੀ ਵਜਾਉਣੀ ਸ਼ੁਰੂ ਕਰ ਦਿੱਤੀ। ਜਦ ਖਤਰੇ ਦੀ ਘੰਟੀ ਵਜਾਈ ਤਾਂ ਉਸ ਟਾਈਮ ਸਾਰਿਆਂ ਨੇ ਜਿੰਨੇ ਵੀ ਫੌਜ ਦੇ ਜਵਾਨ ਇਸ ਜਹਾਜ਼ 'ਚ ਸਵਾਰ ਸੀ ਸਾਰਿਆਂ ਨੂੰ ਇਹ ਆਖਿਆ ਕਿ ਬੇੜੀਆਂ ਜਿਹੜੀਆਂ ਹੈਗੀਆਂ ਉਹ ਆ ਰਹੀਆਂ, ਤੁਸੀਂ ਆਪਣਾ ਸਮਾਨ ਅਤੇ ਆਪ ਸਾਰੇ ਜਵਾਨ ਜਿਹੜੇ ਉਹ ਬੇੜੀਆਂ ਰਾਹੀਂ ਜਿਹੜਾ ਹੈਗਾ ਜਹਾਜ਼ ਦੇ ਵਿੱਚ ਉਤਰ ਕੇ ਪੂਰੀ ਤਰ੍ਹਾਂ ਜਹਾਜ਼ ਖਾਲੀ ਕਰ ਦਿਓ। ਜਦ ਇਹ ਹਦਾਇਤਾਂ ਆਈਆਂ ਸੀਗੀਆਂ ਫਿਰ ਨਾਲ ਦੇ ਜਵਾਨਾਂ ਨੇ ਕੀ ਕੀਤਾ ਸੀਗਾ ਕਿ ਆਪਣਾ ਸਮਾਨ ਜਿਹੜਾ ਸੀਗਾ ਜਦੋਂ ਬੇੜੀਆਂ ਆਈਆਂ ਉਹਨਾਂ 'ਚ ਰੱਖਣਾ ਸ਼ੁਰੂ ਕਰ ਦਿੱਤਾ। ਪਰ ਉਸ ਟਾਈਮ ਜਹਾਜ਼ ਦੇ ਜਿਹੜੇ ਮੇਨ ਅਫਸਰ ਸੀ ਉਹਨਾਂ ਨੂੰ ਪਤਾ ਲੱਗਾ ਕਿ ਸੰਤ ਜਵਾਲਾ ਸਿੰਘ ਆਪਣੇ ਟਾਈਮ ਦੇ ਵਿੱਚ ਅੰਦਰ ਜਿਹੜਾ ਹੈਗਾ ਉਹ ਅਖੰਡ ਪਾਠ ਸਾਹਿਬ ਕਰਾ ਰਹੇ ਆ। ਉਸ ਟਾਈਮ ਫਿਰ ਜਿਹੜੇ ਗੋਰੇ ਸੀਗੇ ਉਹਨਾਂ ਨੇ ਸਲਾਹ ਕੀਤੀ ਕਿ ਇਹ ਜਿਹੜੀ ਧਰਮ ਦੀ ਜੋ ਕਿਰਿਆ ਹੈਗੀ ਅਖੰਡ ਪਾਠ ਸਾਹਿਬ ਇਸ ਨੂੰ ਬੰਦ ਕਰਾਇਆ ਜਾਵੇ ਅਤੇ ਸੰਤ ਜਵਾਲਾ ਸਿੰਘ ਹੁਣਾਂ ਨੂੰ ਖੁਦ ਕਹੋ ਕਿ ਉਹ ਵੀ ਆਪਣਾ ਸਮਾਨ ਜਿਹੜਾ ਬੇੜੀਆਂ 'ਚ ਰੱਖ ਕੇ ਇਹ ਜਹਾਜ਼ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਖਾਲੀ ਕਰ ਦੇਣ। ਉਸ ਤੋਂ ਬਾਅਦ ਜਿਹੜੇ ਅੰਗਰੇਜ਼ ਅਫਸਰ ਸੀਗੇ ਜਦੋਂ ਜਹਾਜ਼ ਦੇ ਵਿੱਚ ਜਿੱਥੇ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਜਦ ਉੱਥੇ ਪਹੁੰਚੇ ਤਾਂ ਉਹਨਾਂ ਨੇ ਕੀ ਦੇਖਿਆ ਕਿ ਸੰਤ ਬਾਬਾ ਜਵਾਲਾ ਸਿੰਘ ਹੋਣੀ ਅਤੇ ਸੰਤ ਬਾਬਾ ਮੇਹਰ ਸਿੰਘ ਹੋਣੀ ਦੋਨੇ ਜਿਹੜੇ ਸੀ ਸਮਾਧੀ 'ਚ ਬੈਠੇ ਹੋਏ ਸੀ। ਫਿਰ ਉਸ ਤੋਂ ਬਾਅਦ ਫਿਰ ਅਫਸਰਾਂ ਨੇ ਇਹ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰੋ ਅਖੰਡ ਪਾਠ ਸਾਹਿਬ ਜਿਹੜਾ ਹੈਗਾ ਇਹ ਬੰਦ ਕਰ ਦਿਓ ਅਤੇ ਜਲਦੀ ਤੋਂ ਜਲਦੀ ਸਾਰਾ ਜਿਹੜਾ ਸਮਾਨ ਹੈਗਾ ਉਹ ਬੇੜੀਆਂ 'ਚ ਰੱਖ ਕੇ ਜਹਾਜ਼ ਦੇ ਵਿੱਚੋਂ ਬਾਹਰ ਹੋ ਜਾਓ। ਜਦ ਇੰਨੀ ਗੱਲ ਹੋਈ ਸੀ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਜੋ ਸਮਾਧੀ ਖੋਲ੍ਹੀ ਸੀ ਤਾਂ ਫਿਰ ਉਹਨਾਂ ਨੂੰ ਆਖਿਆ ਸੀ ਕਹਿੰਦੇ ਤੁਸੀਂ ਫਿਕਰ ਨਾ ਕਰੋ, ਜਹਾਜ਼ ਨੂੰ ਕੁਛ ਨਹੀਂ ਹੁੰਦਾ ਹੈਗਾ ਕਿਉਂਕਿ ਅਖੰਡ ਪਾਠ ਸਾਹਿਬ ਰੱਖਣ ਦਾ ਮਤਲਬ ਇਹ ਹੈ ਕਿ ਜਹਾਜ਼ ਸਹੀ ਸਲਾਮਤ ਜਿਹੜਾ ਹੈਗਾ ਬੰਬਈ ਬੰਦਰਗਾਹ 'ਚ ਪਹੁੰਚੇ। ਅਗਰ ਅਸੀਂ ਜਹਾਜ਼ ਦੇ ਵਿੱਚ ਅਖੰਡ ਪਾਠ ਸਾਹਿਬ ਬੰਦ ਕਰਾਤਾ ਤਾਂ ਫਿਰ ਇਹ ਜਹਾਜ਼ ਦਾ ਡੁੱਬ ਜਾਣਾ ਜਿਹੜਾ ਹੈਗਾ ਉਹ ਯਕੀਨੀ ਹੈ, ਇਸ ਨੂੰ ਕੋਈ ਰੋਕ ਨਹੀਂ ਸਕਦਾ। ਜਦ ਇੰਨੀ ਗੱਲ ਹੋਈ ਸੀ ਫਿਰ ਗੋਰੇ ਅਫਸਰਾਂ ਨੇ ਬਾਬਾ ਜਵਾਲਾ ਸਿੰਘ ਨੂੰ ਆਖਿਆ ਸੀਗਾ ਕਿ ਇਹ ਕਿਵੇਂ ਹੋ ਸਕਦਾ ਹੈ। ਫਿਰ ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਤੁਸੀਂ ਇਸ ਤਰ੍ਹਾਂ ਕਰੋ, ਥੋੜ੍ਹਾ ਟਾਈਮ ਰੁਕੋ, ਜਦ ਤੱਕ ਸਾਡੀ ਇਹ ਅਖੰਡ ਪਾਠ ਸਾਹਿਬ ਦੀ ਚੱਲ ਰਹੀ ਮਰਜ਼ਾਦਾ ਪੂਰੀ ਨਹੀਂ ਹੁੰਦੀ ਤਦ ਤੱਕ ਅਸੀਂ ਇਸ ਜਹਾਜ਼ 'ਚੋਂ ਬਾਹਰ ਨਹੀਂ ਆ ਸਕਦੇ। ਫਿਰ ਉਸ ਤੋਂ ਬਾਅਦ ਉਹ ਗੋਰੇ ਅਫਸਰ ਤਾਂ ਜਿਹੜੇ ਸੀ ਚੁੱਪ ਕਰਕੇ ਚਲੇ ਗਏ ਅਤੇ ਫਿਰ ਬਾਬਾ ਜੀ ਨੇ ਉਹਨਾਂ ਟਾਈਮਾਂ ਦੇ ਜਿਹੜੇ ਗ੍ਰੰਥੀ ਸਿੰਘ ਪਾਠ ਕਰਦੇ ਸੀ ਉਹਨਾਂ ਨੂੰ ਬਾਬਾ ਜੀ ਨੇ ਹੌਸਲਾ ਦਿੱਤਾ। ਹੌਸਲਾ ਦੇ ਕੇ ਮਹਾਂਪੁਰਖਾਂ ਨੇ ਇਹ ਆਖਿਆ ਸੀਗਾ ਕਿ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਹੀਂ ਕਰਨਾ, ਆਪਣੇ ਪ੍ਰੇਮ ਸਹਿਤ ਤੁਸੀਂ ਗੁਰਬਾਣੀ ਦਾ ਪਾਠ ਨਿਰੰਤਰ ਜਾਰੀ ਰੱਖਣਾ ਹੈਗਾ। ਉਸ ਤੋਂ ਬਾਅਦ ਦੇਖੋ ਸਾਰਿਆਂ ਨੇ ਕੀ ਕੀਤਾ, ਮਹਾਂਪੁਰਖਾਂ ਦਾ ਵਚਨ ਮੰਨਿਆ ਅਤੇ ਫਿਰ ਅਖੰਡ ਪਾਠ ਸਾਹਿਬ ਇਸੇ ਦੇ ਤਰ੍ਹਾਂ ਨਿਰਵਿਘਨ ਜਿਹੜਾ ਸੀਗਾ ਉਹ ਚੱਲਦਾ ਰਿਹਾ। ਉਸ ਤੋਂ ਬਾਅਦ ਮਹਾਂਪੁਰਖਾਂ ਨੇ ਉੱਥੇ ਬੜੀ ਉੱਚੀ ਸੁਰ ਦੇ ਵਿੱਚ ਜਿਹੜਾ ਸੀਗਾ ਇਹ ਸ਼ਬਦ ਪੜ੍ਹਿਆ ਸੀਗਾ ਕਿ ਗੁਰ ਕਾ ਬਚਨ ਬਚਸੇ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਭਉ ਨ ਸਾਕੇ ਜਾਲੇ। ਜਦੋਂ ਮਹਾਂਪੁਰਖ ਬਾਬਾ ਜਵਾਲਾ ਸਿੰਘ ਹੁਣੀ ਅਤੇ ਸੰਤ ਮੇਹਰ ਸਿੰਘ ਹੁਣਾਂ ਨੇ ਇੱਕ ਸੁਰ ਦੇ ਵਿੱਚ ਇਹ ਸ਼ਬਦ ਉੱਚੀ ਤੇ ਨਹੀਂ ਪੜ੍ਹਿਆ ਸੀਗਾ। ਇਹ ਸ਼ਬਦ ਜਿਹੜੀ ਆਵਾਜ਼ ਸੀ ਜਹਾਜ਼ ਤੋਂ ਦੂਰ ਜਿਹੜੀ ਸੀਗੀ ਉਹ ਕਾਫੀ ਦੂਰ ਤੱਕ ਸੁਣਾਈ ਦੇ ਰਹੀ ਸੀ ਅਤੇ ਜਿਸ ਆਵਾਜ਼ ਨੂੰ ਸੁਣ ਕੇ ਜਿਹੜੇ ਗੋਰੇ ਅਫਸਰ
ਸੀ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਬੀੜੀਆਂ ਦੇ ਵਿੱਚ ਬੈਠੇ ਹੋਏ ਸੀਗੇ ਉਹ ਵੀ ਜਿਹੜੇ ਸੀਗੇ ਇਸ ਆਵਾਜ਼ ਦੀ ਚੱਲ ਰਹੀ ਲਹਿਰ ਦੇ ਵਿੱਚ ਪੂਰੀ ਤਰ੍ਹਾਂ ਆਨੰਦਿਤ ਹੋ ਗਏ ਸੀਗੇ। ਉਸ ਤੋਂ ਬਾਅਦ ਫਿਰ ਇਹ ਜਿਹੜਾ ਅਖੰਡ ਪਾਠ ਸਾਹਿਬ ਸੀਗਾ ਇਹ 2 ਦਿਨ ਚੱਲਦਾ ਰਿਹਾ। 2 ਦਿਨਾਂ ਤੋਂ ਬਾਅਦ ਇਹ ਜਿਹੜਾ ਜਹਾਜ਼ ਡੱਕੇ ਡੋਲੇ ਖਾਂਦਾ ਸੀਗਾ, ਅਖੀਰ ਜਿਹੜਾ ਸੀਗਾ ਉਹ 2 ਦਿਨਾਂ ਬਾਅਦ ਜਿਹੜਾ ਸਮੁੰਦਰੀ ਤੂਫਾਨ ਸੀਗਾ ਥੰਮ ਗਿਆ। ਅਤੇ ਸਮੁੰਦਰੀ ਤੂਫਾਨ ਥੰਮਣ ਤੋਂ ਬਾਅਦ ਫਿਰ ਜਦ ਗੋਰੇ ਅਫਸਰਾਂ ਨੇ ਦੇਖਿਆ ਵੀ ਹੁਣ ਜਹਾਜ਼ ਨੂੰ ਕੋਈ ਖਤਰਾ ਨਹੀਂ ਗਾ, ਫਿਰ ਦੁਬਾਰਾ ਬੇੜੀਆਂ 'ਚ ਸਾਰਾ ਸਮਾਨ ਲਾ ਕੇ ਜਿਹੜਾ ਸੀ ਜਹਾਜ਼ ਦੇ ਵਿੱਚ ਫਿਰ ਦੁਬਾਰਾ ਭਰਿਆ ਗਿਆ। ਉਸ ਤੋਂ ਬਾਅਦ ਫਿਰ ਇਹ ਜਹਾਜ਼ ਜਿਹੜਾ ਸੀਗਾ ਇਹ ਸਹੀ ਸਲਾਮਤ 1917 ਦੇ ਵਿੱਚ ਬੰਬਈ ਬੰਦਰਗਾਹ ਦੇ ਉੱਤੇ ਪਹੁੰਚ ਗਿਆ ਸੀਗਾ। ਜਦੋਂ ਇਹ ਜਹਾਜ਼ ਪੂਰੀ ਤਰ੍ਹਾਂ ਸਹੀ ਸਲਾਮਤ ਪਹੁੰਚਿਆ ਸੀ ਉਸ ਤੋਂ ਬਾਅਦ ਫਿਰ ਸੰਤ ਮਹਾਂਪੁਰਖ ਬਾਬਾ ਜਵਾਲਾ ਸਿੰਘ ਹੁਣੀ ਆਪਣੀ 35 ਸਿੱਖ ਅਰੇਂਜਮੈਂਟ ਜਿਹੜੀ ਪਿਸ਼ੌਰ ਛਾਉਣੀ ਹੁੰਦੀ ਸੀਗੀ ਉੱਥੇ ਪਹੁੰਚ ਗਏ ਸੀਗੇ। ਜਦ ਉੱਥੇ ਪਹੁੰਚੇ ਉਸ ਤੋਂ ਬਾਅਦ ਮਹਾਂਪੁਰਖਾਂ ਦੇ ਮਨ ਦੇ ਵਿੱਚ ਇਹ ਤੀਬਰ ਇੱਛਾ ਸੀਗੀ ਕਿ ਜਿੰਨੀ ਵੀ ਛੇਤੀ ਹੋ ਸਕੇ ਅਸੀਂ ਹੋਤੀ ਮਰਦਾਨ ਜਾ ਕੇ ਅਤੇ ਸੰਤ ਬਾਬਾ ਆਇਆ ਸਿੰਘ ਹੁਣਾਂ ਦੇ ਦਰਸ਼ਨ ਕਰੀਏ। ਇਹ ਤਾਂਘ ਜਿਹੜੀ ਸੀ ਮਹਾਂਪੁਰਖਾਂ ਦੀ ਵੱਧਦੀ ਸੀਗੇ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਜਿਉਂ ਮਛਲੀ ਬਿਨ ਪਾਣੀਆ ਕਿਉ ਜੀਵਨ ਪਾਵੇ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ਕ ਆਵੇ। ਇਸ ਤਰ੍ਹਾਂ ਹੈ ਨਾ ਮਹਾਂਪੁਰਖਾਂ ਨੇ ਫਿਰ ਆਪਣੇ ਸੀਓ ਤੋਂ ਇਜਾਜ਼ਤ ਲੈ ਕੇ ਫਿਰ ਬਾਬਾ ਜੀ ਦੇ ਪਾਸ ਦਰਸ਼ਨਾਂ ਵਾਸਤੇ ਹੋਤੀ ਮਰਦਾਨ ਆਪਣੀ ਪਹੁੰਚ ਕੀਤੀ। ਜਦ ਪਹੁੰਚ ਕੀਤੀ ਉੱਥੇ ਜਾ ਕੇ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ, ਤੋਸ਼ ਭੇਟਾ ਜਿਹੜੀ ਸੀ ਉਹ ਰੱਖੀ। ਉਸ ਤੋਂ ਬਾਅਦ ਫਿਰ ਬਾਬਾ ਕਰਮ ਸਿੰਘ ਹੁਣਾਂ ਦਾ ਪੁੱਛਿਆ ਕਿ ਮਹਾਂਪੁਰਖ ਕਿੱਥੇ ਆ, ਅਤੇ ਫਿਰ ਸੰਗਤ ਨੇ ਦੱਸਿਆ ਸੀ ਕਿ ਉਹ ਆਪਣੀ ਜਿਹੜੀ ਸ਼ਾਨਾ ਉਹਦੇ ਵਿੱਚ ਬੈਠੇ ਹੋਏ ਆ। ਫਿਰ ਬਾਬਾ ਜਵਾਲਾ ਸਿੰਘ ਹੁਣੀ ਜਿਹੜੇ ਸੀ ਬਾਬਾ ਆਇਆ ਸਿੰਘ ਹੁਣਾਂ ਦੇ ਦਰਸ਼ਨ ਕਰਨ ਵਾਸਤੇ ਜਦ ਉੱਥੇ ਪਹੁੰਚੇ ਸੀ, ਇਹਨਾਂ ਨੂੰ ਦੇਖ ਕੇ ਸੰਤ ਬਾਬਾ ਆਇਆ ਸਿੰਘ ਜਿਹੜੇ ਸੀ ਬੜੇ ਗਦਗਦ ਹੋਏ ਸੀ। ਮਹਾਂਪੁਰਖਾਂ ਦੇ ਨਾਲ ਬੜੇ ਪ੍ਰੇਮ ਨਾਲ ਮਿਲੇ ਸੀ ਅਤੇ ਬੜੇ ਸਤਿਕਾਰ ਦੇ ਨਾਲ ਬਾਬਾ ਆਇਆ ਸਿੰਘ ਹੁਣਾਂ ਨੇ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਆਪਣੇ ਪਾਸ ਬਿਠਾਇਆ ਸੀਗਾ। ਉਸ ਤੋਂ ਬਾਅਦ ਜਦੋਂ ਬਾਬਾ ਆਇਆ ਸਿੰਘ ਹੁਣਾਂ ਅਤੇ ਸੰਤ ਜਵਾਲਾ ਸਿੰਘ ਹੁਣਾਂ ਨੇ ਇੱਕ ਦੂਜੇ ਨਾਲ ਪਰ ਕੁਛ ਟਾਈਮ ਪਰਮਾਰਥ ਦੇ ਵਚਨ ਕੀਤੇ, ਫਿਰ ਮਹਾਂਪੁਰਖਾਂ ਨੂੰ ਇਹ ਪੁੱਛਿਆ ਬਾਬਾ ਆਇਆ ਸਿੰਘ ਹੁਣਾਂ ਨੇ ਕਿ ਤੁਸੀਂ ਹੁਣ ਕੀ ਕਰ ਰਹੇ ਆ। ਅਤੇ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਆਪਣੀ ਜਿਹੜੀ ਹਠ ਯੋਗ ਦੀ ਕਿਰਿਆ ਸੀਗੀ ਉਹਦਾ ਵਰਣਨ ਕੀਤਾ ਸੀਗਾ। ਜਦ ਸਾਰਾ ਵਰਣਨ ਜਿਹੜਾ ਸੀਗਾ ਬਾਬਾ ਆਇਆ ਸਿੰਘ ਹੁਣਾਂ ਨੇ ਦੱਸਿਆ ਸੀ, ਅਤੇ ਬਾਬਾ ਜੀ ਨੇ ਕਿਹਾ ਸੀਗਾ ਕਿ ਹਠ ਯੋਗ ਠੀਕ ਆ ਪਰ ਗੁਰਮਤਿ ਦੇ ਇਹ ਅਨੁਕੂਲ ਨਹੀਂ ਹੈ। ਇਸ ਕਰਕੇ ਗੁਰਮਤਿ ਦੇ ਅੰਦਰ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਇਹ ਜਿਹੜਾ ਉਪਦੇਸ਼ ਦ੍ਰਿੜਤਾ ਹੈਗਾ। ਇਸ ਕਰਕੇ ਹਠ ਯੋਗ ਨੂੰ ਛੱਡ ਕੇ ਸਹਿਜ ਯੋਗ ਦੇ ਵਿੱਚ ਵਰਤਣਾ ਇਹ ਗੁਰਸਿੱਖ ਦਾ ਮੇਨ ਧਰਮ ਹੈ। ਉਸ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਉਹਨਾਂ ਟਾਈਮ ਦੇ ਵਿੱਚ ਹਠ ਯੋਗ ਦੀ ਜਿਹੜੀ ਕਿਰਿਆ ਪਹਿਲਾਂ ਮਹਾਂਪੁਰਖ ਜਿਹੜੀ ਸੀ ਫੌਜ ਦੇ ਵਿੱਚ ਕਰਦੇ ਹੁੰਦੇ ਸੀਗੇ ਉਹ ਛੱਡ ਦਿੱਤੀ, ਅਤੇ ਇੱਥੇ ਫਿਰ ਜਿਹੜੀ ਸੀਗੀ ਉਹ ਸੰਗਤ ਦੀ ਸੇਵਾ ਕਰਨੀ ਆ, ਬਰਤਨ ਝਾੜੂ ਸਫਾਈ ਅਤੇ ਹੋਰ ਲੰਗਰ ਦੀ ਤਿਆਰੀ ਕਰਨੀ, ਇਹ ਸਾਰਾ ਕੁਛ ਬਾਬਾ ਜਵਾਲਾ ਸਿੰਘ ਹੁਣਾਂ ਨੇ ਜਿਹੜਾ ਸੀਗਾ ਫਿਰ ਕਰਨਾ ਸ਼ੁਰੂ ਕਰਤਾ ਸੀ। ਉਸ ਤੋਂ ਬਾਅਦ ਫਿਰ ਲੰਗਰ ਦੇ ਵਿੱਚ ਖਾਸ ਕਰਕੇ ਜਿਹੜੇ ਚਾਵਲ ਅਤੇ ਦਹੀਂ ਜਿਹੜੇ ਸੀ ਉਹਨਾਂ ਟਾਈਮਾਂ 'ਚ ਵਰਤਦਾ ਹੁੰਦਾ ਸੀਗਾ, ਅਤੇ ਉਹਨਾਂ ਨੂੰ ਛਕਣ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਥੋੜ੍ਹਾ ਟਾਈਮ ਉਹਨਾਂ ਟਾਈਮਾਂ ਦੇ ਵਿੱਚ ਬਲਗਮ ਦੀ ਪ੍ਰੋਬਲਮ ਮੁਸ਼ਕਲ ਹੋ ਗਈ ਸੀ, ਕਿਉਂਕਿ ਮਹਾਂਪੁਰਖਾਂ ਦਾ ਪਹਿਲਾਂ ਸਰੀਰ ਜਿਹੜਾ ਸੀਗਾ ਯੋਗ ਅਭਿਆਸ ਕਰਿਆ ਕਰਕੇ ਕੱਸਿਆ ਹੋਇਆ ਸੀਗਾ। ਪਰ ਜਦੋਂ ਫਿਰ ਇਹ ਹਠ ਯੋਗ ਛੱਡਿਆ ਮਹਾਂਪੁਰਖਾਂ ਨੇ ਉਸ ਤੋਂ ਬਾਅਦ ਫਿਰ ਇਹ ਜਿਹੜੀ ਕਿਰਿਆ ਸੀਗੀ ਸਰੀਰ ਦੇ ਅੰਦਰ ਨਾੜੀਆਂ ਦੀ ਅੰਤਰਾਂ ਦੇ ਅੰਦਰ ਫਿਰ ਇਹ ਜਿਹੜੀ ਖੁਰਾਕ ਬਦਲ ਦੇ ਨਾਲ ਕੁਛ ਟਾਈਮ ਮਹਾਂਪੁਰਖਾਂ ਨੂੰ ਰਹੀ ਸੀਗੀ ਉਹਨਾਂ ਟਾਈਮਾਂ ਦੇ ਵਿੱਚ। ਉਸ ਤੋਂ ਬਾਅਦ ਫਿਰ ਮਹਾਂਪੁਰਖ ਜਦੋਂ ਫੌਜ ਦੇ ਵਿੱਚ ਸੀਗੇ ਅਤੇ ਉਸ ਟਾਈਮ ਇਹਨਾਂ ਦੀ ਫੌਜ ਦਾ ਜਿਹੜਾ ਮੇਨ ਵੱਡਾ ਅਫਸਰ ਇੱਕ ਗੋਰਾ ਸੀਗਾ, ਉਹ ਗੋਰੇ ਅਫਸਰ ਨੂੰ ਇੱਕ ਵਾਰੀ ਇਹਨਾਂ ਦੇ ਫੌਜ ਦੇ ਸੂਬੇਦਾਰ ਨੇ ਪੁੱਛਿਆ ਸੀਗਾ ਕਿ ਤੁਹਾਡੇ ਵਿਆਹ ਨੂੰ ਕਿੰਨੇ ਟਾਈਮ ਹੋ ਗਿਆ ਪਰ ਤੁਹਾਡੇ ਅਜੇ ਤੱਕ ਕੋਈ ਔਲਾਦ ਨਹੀਂ ਹੋਈ। ਪਰ ਫਿਰ ਉਹ ਗੋਰਾ ਜਿਹੜਾ ਅਫਸਰ ਸੀਗਾ ਉਹਨੇ ਕਿਹਾ ਹੈਗਾ ਕਿ ਮੈਂ ਇਲਾਜ ਤਾਂ ਬਹੁਤ ਕਰਾਇਆ ਹੈਗਾ ਪਰ ਮੇਰੇ ਕਿਸੇ ਤਰ੍ਹਾਂ ਦੀ ਕੋਈ ਔਲਾਦ ਨਹੀਂ ਹੋਈ, ਇਹ ਵੀ ਕੋਈ ਰੱਬੀ ਹੁਕਮ ਹੀ ਹੋਵੇਗਾ। ਜਦੋਂ ਗੋਰੇ ਨੇ ਇਹ ਗੱਲ ਆਖੀ ਸੀ ਫਿਰ ਸੂਬੇਦਾਰ ਨੇ ਆਖਿਆ ਸੀਗਾ ਕਿ ਸਾਡੀ ਫੌਜ ਦੇ ਵਿੱਚ 2 ਖੁਦਾ ਦੇ ਬੰਦੇ ਆ, ਅਗਰ ਤੁਸੀਂ ਮੇਮ ਸਾਹਿਬ ਨੂੰ ਨਾਲ ਲੈ ਕੇ ਉਹਨਾਂ ਦੇ ਪਾਸ ਆਪਣੀ ਇਹ ਮੁਸ਼ਕਲ ਜ਼ਾਹਰ ਕਰੋ ਤਾਂ ਉਹ ਜ਼ਰੂਰ ਕਿਰਪਾ ਕਰਨਗੇ। ਉਸ ਤੋਂ ਬਾਅਦ ਫਿਰ ਜਿਹੜਾ ਗੋਰਾ ਅਫਸਰ ਸੀਗਾ ਆਪਣੀ ਮੇਮ ਨੂੰ ਨਾਲ ਲੈ ਕੇ ਬਾਬਾ ਜਵਾਲਾ ਸਿੰਘ ਹੁਣਾਂ ਦੇ ਪਾਸ ਫੌਜ ਦੇ ਵਿੱਚ ਪਹੁੰਚਿਆ ਸੀਗਾ। ਜਦ ਪਹੁੰਚਿਆ ਸੀ ਉਹਨਾਂ ਨੇ ਇਹ ਸਾਰੀ ਗੱਲਬਾਤ ਜਿਹੜੀ ਔਲਾਦ ਵਾਸਤੇ ਉਹਨਾਂ ਨੇ ਬੇਨਤੀ ਕੀਤੀ। ਫਿਰ ਬਾਬਾ ਜੀ ਨੇ ਆਖਿਆ ਕਿ ਐਤਵਾਰ ਜਿਹੜਾ ਹੈਗਾ ਉਹ ਅਸੀਂ ਆਪ ਦੀ ਅਰਦਾਸ ਕਰਾਂਗੇ, ਤੁਸੀਂ ਇਸ ਤਰ੍ਹਾਂ ਕਰਨੀ, ਐਤਵਾਰ ਨੂੰ ਆਉਣਾ ਅਤੇ ਐਤਵਾਰ ਆ ਕੇ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਕੇ ਫਿਰ ਅਸੀਂ ਅਰਦਾਸਾਂ ਲੈ ਕੇ ਹੁਕਮਨਾਮਾ ਲਵਾਂਗੇ। ਉਸ ਤੋਂ ਬਾਅਦ ਜਦ ਐਤਵਾਰ ਦਾ ਦਿਨ ਆਇਆ ਸੀ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਆਪ ਦੇਸੀ ਘੀ ਦੀ ਦੇਗ ਤਿਆਰ ਕੀਤੀ ਸੀ। ਉਸ ਤੋਂ ਬਾਅਦ ਉਹ ਗੋਰਾ ਅਤੇ ਉਹਦੀ ਜਿਹੜੀ ਘਰ ਵਾਲੀ ਮੇਮ ਸੀ ਉਹਨਾਂ ਦੇ ਵਾਸਤੇ ਪੁੱਤਰ ਦੀ ਅਰਦਾਸ ਕੀਤੀ ਸੀ। ਜਦ ਅਰਦਾਸ ਕੀਤੀ ਸੀ ਇਸ ਤੋਂ ਬਾਅਦ ਫਿਰ ਜਦ ਹੁਕਮਨਾਮਾ ਲਿਆ ਤਾਂ ਹੁਕਮਨਾਮਾ ਇਹ ਹੈ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀਠ ਤੇ ਸਰਬ ਸੁਖ ਪਾਵੇ ਮਰੇ ਮਨਾ। ਇਸ ਤੋਂ ਬਾਅਦ ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਗੁਰੂ ਨਾਨਕ ਸਾਹਿਬ ਭਲੀ ਕਰਨਗੇ। ਫਿਰ ਸਾਲ ਦੇ ਬਾਅਦ ਉਸੇ ਹੀ ਗੋਰੇ ਅਫਸਰ ਦੇ ਜਿਹੜੇ ਸੀਗਾ ਇੱਕ ਲੜਕਾ
ਬੜਾ ਸੁੰਦਰ ਪੈਦਾ ਹੋਇਆ ਸੀਗਾ। ਉਸ ਤੋਂ ਬਾਅਦ ਗੋਰਾ ਅਫਸਰ ਜਦ ਤੱਕ ਇੱਥੇ ਹਿੰਦੁਸਤਾਨ ਮਹਾਂਪੁਰਖਾਂ ਦੇ ਪਾਸ ਪਲਟਣ 'ਚ ਰਿਹਾ ਹੈਗਾ ਤਦ ਤੱਕ ਉਹ ਗੋਰਾ ਅਫਸਰ ਅਤੇ ਉਹਦੀ ਜਿਹੜੀ ਮੇਮ ਸੀ ਉਹ ਗੁਰੂ ਘਰ ਦੇ ਸ਼ਰਧਾਲੂ ਬਣੇ ਰਹੇ ਆ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਜਦ ਸਮਾਂ ਆਇਆ ਤੇ ਫਿਰ ਪੰਜਾਬ ਜਾਣ ਦੀ ਜਦ ਤਿਆਰੀ ਕੀਤੀ ਆ ਅਤੇ ਜਿੰਨੀ ਜਿਹੜੀ ਤਨਖਾਹ ਸੀਗੀ ਉਹ ਤਾਂ ਮਹਾਂਪੁਰਖਾਂ ਦੇ ਅੱਗੇ ਸਪੁਰਦ ਕਰ ਦਿੱਤੀ ਸੀ। ਜਦੋਂ ਫਿਰ ਬਾਬਾ ਜਵਾਲਾ ਸਿੰਘ ਜਿਹੜੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਜਦ ਪੰਜਾਬ ਨੂੰ ਤੁਰੇ ਸੀਗੇ ਅਤੇ ਇੱਥੋਂ ਫਿਰ ਮਹਾਂਪੁਰਖਾਂ ਨੇ ਨਸ਼ਹਿਰੇ ਤੋਂ ਪੰਜਾਬ ਮੇਲ ਦੀ ਗੱਡੀ ਜਿਹੜੀ ਸੀ ਉਹ ਫੜੀ ਸੀ। ਜਦੋਂ ਬਾਬਾ ਜਵਾਲਾ ਸਿੰਘ ਹੁਣੀ ਪੰਜਾਬ ਮੇਲ ਦੀ ਗੱਡੀ ਚਾੜਨ ਲੱਗੇ ਅਚਨਚੇਤ 5 ਹੋਰ ਜਿਹੜੇ ਫੌਜੀ ਸਿੰਘ ਜਵਾਨ ਸੀ ਉਹਨਾਂ ਦਾ ਮਿਲਾਪ ਬਾਬਾ ਜਵਾਲਾ ਸਿੰਘ ਹੁਣਾਂ ਨਾਲ ਹੋਇਆ ਸੀ। ਅਤੇ ਜਦੋਂ ਬਾਬਾ ਜਵਾਲਾ ਸਿੰਘ ਆਪਣੇ ਨਾਲ ਦੇ ਸਾਥੀ ਨਾਲ ਡੱਬੇ 'ਚ ਚਾੜਨ ਲੱਗੇ ਅਤੇ ਉੱਥੇ ਕੀ ਦੇਖਿਆ ਕਿ ਉਹ ਇੱਕ ਡੱਬੇ ਦੇ ਉੱਤੇ ਜਿਹੜੇ ਪਠਾਨ ਸੀ ਉਹਨਾਂ ਟਾਈਮਾਂ ਵਿੱਚ ਉਹਨਾਂ ਨੇ ਉਹ ਡੱਬੇ 'ਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਕਿਸੇ ਨੂੰ ਵੀ ਆਪਣੀ ਜਿਸਮਾਨੀ ਤਾਕਤ ਦੇ ਨਾਲ ਕਿਸੇ ਨੂੰ ਵੀ ਅੰਦਰ ਡੱਬੇ ਦੇ ਵਿੱਚ ਘੁਸਣ ਨਹੀਂ ਸੀ ਦਿੰਦੇ। ਜਦ ਇੰਨੀ ਗੱਲ ਹੋਈ ਸੀ ਅਤੇ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਪਹਿਲਾਂ ਤਾਂ ਉਹਨਾਂ ਨੂੰ ਪ੍ਰੇਮ ਨਾਲ ਆਖਿਆ ਪਰ ਉਹ ਜਿਹੜੇ ਪਠਾਨ ਸੀਗੇ ਉਹਨਾਂ ਨੇ ਬਾਬਾ ਜਵਾਲਾ ਸਿੰਘ ਦਾ ਜਿਹੜਾ ਜੋ ਪ੍ਰੇਮ ਦੀ ਭਾਸ਼ਾ ਸੀਗੀ ਉਸ ਦੇ ਪ੍ਰਤੀ ਬੜੇ ਕੌੜੇ ਬੋਲ ਬੋਲੇ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹਨਾਂ ਟਾਈਮਾਂ ਦੇ ਵਿੱਚ ਬਾਬਾ ਜਵਾਲਾ ਸਿੰਘ ਦੇ ਪਾਸ ਵੀ ਸਫਾ ਜੰਗ ਸੀਗਾ ਅਤੇ ਬਾਬਾ ਜਵਾਲਾ ਸਿੰਘ ਕੜਕ ਕੇ ਆਪਣੇ ਨਾਲ ਦੇ ਸਾਥੀਆਂ ਨੂੰ ਕਹਿਣ ਲੱਗੇ ਕਿ ਇਹਨਾਂ ਪਠਾਣਾਂ ਨੇ ਇਸ ਤਰ੍ਹਾਂ ਨਹੀਂ ਮੰਨਣਾ, ਇਹਨਾਂ ਨੂੰ ਹੁਣ ਦੂਸਰੀ ਭਾਸ਼ਾ ਹੀ ਸਿਖਾਉਣੀ ਪਊਗੀ। ਉਸ ਤੋਂ ਬਾਅਦ ਬਾਬਾ ਜਵਾਲਾ ਸਿੰਘ ਹੁਣਾਂ ਦੇ ਨਾਲ ਦੇ 5 ਸਾਥੀਆਂ ਨੇ ਇੱਕ ਪਠਾਨ ਜਿਹੜਾ ਸੀਗਾ ਉਹ ਗੱਡੀ 'ਚੋਂ ਖਿੱਚ ਕੇ ਬਾਹਰ ਧੂ ਕੇ ਜਦ ਸੁੱਟਿਆ ਅਤੇ ਨਾਲ ਦੇ ਪਠਾਨ ਜਿਹੜੇ ਸੀਗੇ ਉਹ ਘਬਰਾ ਗਏ ਅਤੇ ਉਹਨਾਂ ਨੇ ਦੱਸਿਆ ਵੀ ਇਹ ਸਿੰਘ ਸਰਦਾਰ ਹੈਗੇ, ਇਸ ਕਰਕੇ ਇਹਨਾਂ ਨਾਲ ਪੰਗਾ ਲੈਣਾ ਜਿਹੜਾ ਹੈਗਾ ਉਹ ਸਭ ਵਾਸਤੇ ਮਾੜਾ ਪਊਗਾ। ਉਸ ਤੋਂ ਬਾਅਦ ਇਹ ਜਿਹੜੇ ਸਾਰੇ ਪਠਾਨ ਸੀਗੇ ਇਹ ਫਿਰ ਚੁੱਪ ਕਰ ਗਏ ਸੀਗੇ। ਜਦ ਚੁੱਪ ਕਰ ਗਏ ਉਸ ਤੋਂ ਬਾਅਦ ਫਿਰ ਮਹਾਂਪੁਰਖ ਜਦ ਉਹ ਉਸ ਡੱਬੇ 'ਚ ਬੈਠੇ ਸੀਗੇ ਅਤੇ ਉਹਨਾਂ ਨੇ ਕੀ ਦੇਖਿਆ ਕਿ ਉਹ ਜਿਹੜੇ ਸਾਰੇ ਪਠਾਨ ਸੀਗੇ ਡੱਬੇ 'ਚ ਬੈਠੇ ਹੋਏ ਉਹਨਾਂ ਨੇ ਜਿਹੜਾ ਤੰਬਾਕੂ ਸੀਗਾ ਉਹਦਾ ਸੇਵਨ ਸ਼ੁਰੂ ਕਰ ਦਿੱਤਾ। ਅਤੇ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਇਹ ਕਰਦਿਆਂ ਰੋਕਿਆ ਅਤੇ ਨਾਲ ਇਹ ਆਖਿਆ ਕਿ ਤੁਸੀਂ ਮੁਸਲਮਾਨ ਹੋ ਕੇ ਆਪਣੇ ਗੁਰੂ ਦੇ ਪ੍ਰਤੀ ਉਪਦੇਸ਼ਾਂ ਦੀ ਇਹ ਤੋਹੀਨ ਕਰ ਰਹੇ ਹੋ, ਇਸ ਕਰਕੇ ਮੁਸਲਮਾਨ ਨੂੰ ਇਹ ਨਸ਼ੀਲੇ ਪਦਾਰਥ ਵਰਤਣੇ ਜਿਹੜੇ ਹੈਗੇ ਉਹ ਗੁਰੂ ਦੇ ਪ੍ਰੀਤ ਦੇ ਵਿਪਰੀਤ ਹੈਗੇ ਆ। ਫਿਰ ਬਾਬਾ ਜੀ ਨੇ ਜਿਹੜਾ ਸੀਗਾ ਇਹਨਾਂ ਪਠਾਣਾਂ ਨੂੰ ਸਮਝਾਇਆ ਸੀਗਾ ਕਿ ਅਗਰ ਤੁਸੀਂ ਮਸਜਿਦ ਦੇ ਅੰਦਰ ਇਹ ਤੰਬਾਕੂ ਆਦਿ ਨਹੀਂ ਲਿਜਾ ਸਕਦੇ ਤਾਂ ਫਿਰ ਤੁਹਾਨੂੰ ਆਪਣੇ ਦੇਹ ਰੂਪੀ ਇਸ ਸਰੀਰ ਦੇ ਅੰਦਰ ਵੀ ਇਹ ਚੀਜ਼ ਵਰਤਣ ਦੀ ਕੋਈ ਇਜਾਜ਼ਤ ਨਹੀਂ ਹੈ। ਜਦ ਮਹਾਂਪੁਰਖਾਂ ਨੇ ਬੜੇ ਪ੍ਰੇਮ ਨਾਲ ਇਹਨਾਂ ਪਠਾਣਾਂ ਨੂੰ ਸਮਝਾਇਆ ਸੀ ਉਸ ਤੋਂ ਬਾਅਦ ਪਠਾਣਾਂ ਦੇ ਮਨ ਦੇ ਉੱਤੇ ਐਸਾ ਅਸਰ ਹੋਇਆ ਸੀਗਾ ਕਿ ਉਹਨਾਂ ਨੇ ਇਹ ਸਾਰਾ ਤੰਬਾਕੂ ਚੱਕ ਕੇ ਗੱਡੀ 'ਚੋਂ ਬਾਹਰ ਛੱਡ ਦਿੱਤਾ ਸੀਗਾ ਅਤੇ ਆਪ ਹੱਥ ਪੈਰ ਧੋ ਕੇ ਫਿਰ ਬੜੇ ਆਰਾਮ ਦੇ ਨਾਲ ਮਹਾਂਪੁਰਖਾਂ ਨੂੰ ਬੜੇ ਸਤਿਕਾਰ ਦੇ ਨਾਲ ਉਸ ਡੱਬੇ ਦੇ ਵਿੱਚ ਬਿਠਾ ਦਿੱਤਾ ਸੀਗਾ। ਇਸ ਤੋਂ ਬਾਅਦ ਫਿਰ ਮਹਾਂਪੁਰਖ ਜਿਹੜੇ ਸੀਗੇ ਜਦ ਇੱਥੇ ਪੰਜਾਬ ਪਹੁੰਚੇ ਸੀ ਉਸ ਤੋਂ ਬਾਅਦ ਸਿੱਧੇ ਆਪਣੇ ਪਿੰਡ ਬਾਬਾ ਜਵਾਲਾ ਸਿੰਘ ਹੁਣੀ ਲੰਗੇਰੀ ਗਏ ਸੀ। ਇੱਥੇ ਆ ਕੇ ਆਪਣੇ ਮਾਤਾ ਪਿਤਾ ਨੂੰ ਮਿਲੇ ਆ। ਜਦ ਆਪਣੇ ਮਾਤਾ ਪਿਤਾ ਨੂੰ ਮਿਲਿਆ ਤਕਰੀਬਨ 3-4 ਸਾਲ ਬਾਅਦ ਫੌਜ ਤੋਂ ਪਹਿਲੀ ਵਾਰ ਫਿਰ ਇਹਨਾਂ ਦੇ ਮਾਤਾ ਪਿਤਾ ਜਿਹੜੇ ਸੀਗੇ ਆਪਣੇ ਪੁੱਤਰ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ। ਉਸ ਤੋਂ ਬਾਅਦ ਮਹਾਂਪੁਰਖਾਂ ਨੇ ਬੜੇ ਪ੍ਰੇਮ ਦੇ ਨਾਲ ਘਰ ਦੇ ਵਿੱਚ ਪ੍ਰਸ਼ਾਦਾ ਛਕਿਆ। ਉਸ ਤੋਂ ਬਾਅਦ ਸੰਤਾਂ ਦੀ ਮਾਤਾ ਨੇ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਫੌਜ ਦੀ ਤਨਖਾਹ ਬਾਰੇ ਜਦ ਗੱਲਬਾਤ ਕੀਤੀ ਅਤੇ ਫਿਰ ਬਾਬਾ ਜੀ ਨੇ ਆਖਿਆ ਸੀਗਾ ਕਿ ਮਾਤਾ ਜੀ ਮੈਂ ਸਾਰੇ ਜਿਹੜੇ ਪੈਸੇ ਹੈਗੇ ਆ ਇਹ ਬਕੁੰਠ ਧਾਮ ਜਾ ਕੇ ਬੀਜ ਆਇਆ। ਜੇ ਇੰਨੀ ਗੱਲ ਹੋਈ ਹੈ ਅਤੇ ਮਾਤਾ ਜੀ ਕਹਿਣ ਲੱਗੇ ਕਿ ਉਹ ਬਕੁੰਠ ਧਾਮ ਕੀ ਆ ਅਤੇ ਫਿਰ ਬਾਬਾ ਜਵਾਲਾ ਸਿੰਘ ਨੇ ਆਖਿਆ ਸੀਗਾ ਕਿ ਜਿਹੜਾ ਬਕੁੰਠ ਧਾਮ ਹੈਗਾ ਇਹ ਸਾਧ ਸੰਗਤ ਹੈਗੀ ਆ। ਜਦ ਇਸ ਤਰ੍ਹਾਂ ਦੇ ਬਚਨ ਕੀਤੇ ਸੀ ਅਤੇ ਇਹਨਾਂ ਦੀ ਭੋਲੀ ਮਾਤਾ ਮਹਾਂਪੁਰਖਾਂ ਦੇ ਇਹ ਬਚਨ ਚੰਗੀ ਤਰ੍ਹਾਂ ਸਮਝ ਨਹੀਂ ਸਕੀ। ਪਰ ਬਾਬਾ ਜਵਾਲਾ ਸਿੰਘ ਉਹਨਾਂ ਦੇ ਜਿਹੜੇ ਪਿਤਾ ਜੀ ਸੀ ਕਿਉਂਕਿ ਬਹੁਤ ਸਿਮਰਨ ਸਾਧਨਾ ਵਾਲੇ ਸੀ ਉਹਨਾਂ ਨੇ ਹੱਸ ਕੇ ਆਖਿਆ ਕਿ ਸਾਡੇ ਭਾਗ ਚੰਗੇ ਆ ਕਿ ਸਾਡੇ ਨਸੀਬ ਦੇ ਵਿੱਚ ਐਸਾ ਪੁੱਤਰ ਆਇਆ ਹੈਗਾ ਕਿ ਜਿਹੜਾ ਸਾਡਾ ਲੋਕ ਅਤੇ ਪਰਲੋਕ ਕੀ ਆ ਪੂਰੇ ਸੰਸਾਰ ਦੇ ਜਿੰਨੇ ਵੀ ਲੋਕੀ ਆ ਉਹਨਾਂ ਨੂੰ ਭਵਸਾਗਰ ਦੇ ਵਿੱਚ ਉਤਾਰੂਗਾ। ਉਸ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਜਿਹੜੇ ਸੀਗੇ ਉਹਨਾਂ ਨੇ ਜਦ ਪ੍ਰਸ਼ਾਦਾ ਪਾਣੀ ਘਰ ਛਕਿਆ ਰਾਤ ਬਾਹਰ ਇੱਕ ਇਕਾਂਤ ਦੇ ਵਿੱਚ ਬੈਠ ਕੇ ਚੌਂਕੜੀ ਦੇ ਵਿੱਚ ਸਾਰੀ ਰਾਤ ਸਮਾਧੀ ਵਿੱਚ ਬਿਤਾਈ। ਅਗਲੇ ਦਿਨ ਮਹਾਂਪੁਰਖ ਫਿਰ ਆਪਣੇ ਘਰ ਆਏ ਫਿਰ ਪ੍ਰਸ਼ਾਦਾ ਪਾਣੀ ਛਕਿਆ। ਇਸ ਤਰ੍ਹਾਂ ਜਿਹੜੇ ਮਹਾਂਪੁਰਖ ਸੀਗੇ ਉਸ ਤੋਂ ਬਾਅਦ ਫਿਰ ਇੱਥੇ ਜਿਉਣ ਸੰਤ ਮਹਾਂਪੁਰਖ ਬਾਬਾ ਮਹਾਰ ਨਾਮ ਸੁਣਨ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ। ਉਸ ਤੋਂ ਬਾਅਦ ਕੁਛ ਹੋਰ ਸਾਧੂਆਂ ਦੇ ਵੀ ਬਾਬਾ ਜੀ ਨੇ ਦਰਸ਼ਨ ਕੀਤੇ। ਇਸ ਤਰ੍ਹਾਂ ਫੌਜ ਦਾ ਜਿਹੜਾ ਇਹ ਸਮਾਂ ਸੀਗਾ ਮਹਾਂਪੁਰਖਾਂ ਦੇ ਦਰਸ਼ਨ ਕਰ ਕਰਕੇ ਬਾਬਾ ਜੀ ਨੇ ਬਤਾਇਆ। ਉਸ ਤੋਂ ਬਾਅਦ ਫਿਰ ਮਹਾਂਪੁਰਖ ਜਿਹੜੇ ਸੀਗੇ ਦੁਬਾਰਾ ਫਿਰ ਆਪਣੀ ਫੌਜ ਦੇ ਵਿੱਚ ਜਿਹੜੇ ਸੀਗੇ ਉੱਥੇ ਚਲੇ ਗਏ। ਜਦ ਉੱਥੋਂ ਚਲੇ ਗਏ ਅਤੇ ਮਨ ਦੇ ਵਿੱਚ ਫਿਰ ਖਿੱਚ ਆਈ ਵੀ ਕਿਉਂ ਨਾ ਹੋਵੇ ਕਿ ਮੈਂ ਇਸ ਫੌਜ ਦੇ ਵਿੱਚ ਹੁਣ ਪੱਕੀ ਤਰ੍ਹਾਂ ਬਾਹਰ ਆ ਜਾਵਾਂ ਤਾਂ ਆ ਕੇ ਮਹਾਂਪੁਰਖਾਂ ਦੀ ਸੇਵਾ ਕਰਾਂ। ਪਰ ਇਹ ਵਿਚਾਰ ਜਦ ਬਾਬਾ ਜਵਾਲਾ ਸਿੰਘ ਦੇ ਮਨ 'ਚ ਆਇਆ ਸੀਗਾ ਉਸ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਜਿਹੜੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਦੁਬਾਰਾ ਫਿਰ ਹੋਤੀ ਮਰਦਾਨ ਗਏ ਸੀ। ਜਦ ਦੁਬਾਰਾ ਹੋਤੀ ਮਰਦਾਨ ਗਏ ਸੀ ਉੱਥੇ ਜਾ ਕੇ ਇਹਨਾਂ ਨੇ ਫਿਰ ਆਪਣੇ ਮਨ ਦੀ ਜਿਹੜੀ ਮਨਸ਼ਾ ਸੀ
ਬਾਬਾ ਆਇਆ ਸਿੰਘ ਹੁਣਾਂ ਨੇ ਸਾਂਝੀ ਕੀਤੀ ਸੀ। ਫਿਰ ਬਾਬਾ ਆਇਆ ਸਿੰਘ ਹੁਣਾਂ ਨੇ 5-7 ਮਿੰਟ ਅੱਖਾਂ ਮੀਟ ਕੇ ਫਿਰ ਬਾਬਾ ਜਵਾਲਾ ਸਿੰਘ ਨੂੰ ਦੱਸਿਆ ਸੀਗਾ ਕਿ ਉਹ ਸਮਾਂ ਆ ਗਿਆ ਕਿ ਹੁਣ ਤੁਸੀਂ ਆਪਣਾ ਫੌਜ ਦੇ ਵਿੱਚੋਂ ਨਾਮ ਕਟਾ ਸਕਦੇ ਆ। ਇਹ ਸੁਣ ਕੇ ਫਿਰ ਬਾਬਾ ਜਵਾਲਾ ਸਿੰਘ ਜਿਹੜੇ ਸੀ ਉਹ ਅੰਦਰ ਬਹੁਤ ਪ੍ਰਸੰਨ ਹੋਏ। ਉਸ ਤੋਂ ਬਾਅਦ ਜਾ ਕੇ ਬਾਬਾ ਜਵਾਲਾ ਸਿੰਘ ਨੇ ਸਿੱਧੇ ਇੱਕ ਅਰਜ਼ੀ ਜਿਹੜੀ ਸੀ ਆਪਣੇ ਸੂਬੇਦਾਰ ਨੂੰ ਨਾਂ ਕਟਾਉਣ ਵਾਸਤੇ ਪੇਸ਼ ਕੀਤੀ, ਪਰ ਜਿਉਂ ਹੀ ਸੂਬੇਦਾਰ ਨੇ ਉਹ ਅਰਜ਼ੀ ਪੜ੍ਹੀ ਤਾਂ ਪੂਰੀ ਤਰ੍ਹਾਂ ਕੰਬ ਗਿਆ। ਪਰ ਉਸਨੇ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇੰਨੀ ਜਲਦੀ ਫੌਜ 'ਚੋਂ ਨਾਮ ਨਾ ਕਟਾਉਣ, ਪਰ ਬਾਬਾ ਜਵਾਲਾ ਸਿੰਘ ਨੂੰ ਆਖਿਆ ਕਿ ਹੁਣ ਉਹਨਾਂ ਦਾ ਜਿਹੜਾ ਮਨ ਹੈਗਾ ਉਹ ਪੂਰੀ ਤਰ੍ਹਾਂ ਬਾਬਾ ਆਇਆ ਸਿੰਘ ਹੁਣਾਂ ਦੀ ਸੇਵਾ ਦੇ ਵਿੱਚ ਪਹੁੰਚ ਚੁੱਕਾ ਹੈਗਾ, ਇਸ ਕਰਕੇ ਹੁਣ ਮੈਂ ਨੌਕਰੀ ਨਹੀਂ ਕਰਨੀ। ਇਸ ਤੋਂ ਬਾਅਦ ਮਜਬੂਰ ਹੋ ਕੇ ਫਿਰ ਸੂਬੇਦਾਰ ਨੇ ਉਹ ਜਿਹੜੀ ਅਰਜ਼ੀ ਸੀ ਵੱਡੇ CEO ਸਾਹਿਬ ਨੂੰ ਦਿੱਤੀ। ਜਦ CEO ਸਾਹਿਬ ਨੇ ਪੜ੍ਹੀ ਆ ਫਿਰ ਉਸ ਤੋਂ ਬਾਅਦ CEO ਸਾਹਿਬ ਨੇ ਪਹਿਲਾਂ ਤਾਂ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ, ਪਰ ਜਦ ਮਹਾਂਪੁਰਖਾਂ ਨੇ ਉਹਦਾ ਕੋਈ ਵੀ ਲਾਲਚ ਸਵੀਕਾਰ ਨਹੀਂ ਕੀਤਾ। ਉਸ ਤੋਂ ਬਾਅਦ ਫਿਰ CEO ਨੇ ਬਾਬਾ ਜਵਾਲਾ ਸਿੰਘ ਹੁਣਾਂ ਦਾ ਜਿਹੜਾ ਨਾਮ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਇਹ ਕੱਟ ਦਿੱਤਾ ਅਤੇ ਇਸ ਤੋਂ ਬਾਅਦ 1 ਜਨਵਰੀ 1917 ਨੂੰ ਮਹਾਂਪੁਰਖਾਂ ਦਾ ਨਾਮ ਪਲਟਨ ਦੇ ਵਿੱਚੋਂ ਜਿਹੜਾ ਸੀਗਾ ਉਹ ਕਾਨੂੰਨੀ ਤੌਰ ਦੇ ਉੱਤੇ ਕੱਟਿਆ ਗਿਆ। ਜਦੋਂ ਮਹਾਂਪੁਰਖਾਂ ਦਾ ਨਾਮ ਕੱਟਿਆ ਗਿਆ ਉਸ ਤੋਂ ਬਾਅਦ ਫਿਰ ਨਾਲ ਦੇ ਜਿਹੜੇ ਸੰਗੀ ਸਾਥੀ ਸੀ ਉਹਨਾਂ ਦੇ ਮਨ ਦੇ ਵਿੱਚ ਮਹਾਂਪੁਰਖਾਂ ਦਾ ਫੌਜ 'ਚੋਂ ਚਲੇ ਜਾਣ ਦੇ ਨਾਲ ਬੜੀ ਮਨ ਦੇ ਵਿੱਚ ਨਾਰਾਜ਼ਗੀ ਹੋਈ ਕਿ ਮਹਾਂਪੁਰਖ ਸਾਨੂੰ ਇਕੱਲਿਆਂ ਨੂੰ ਛੱਡ ਕੇ ਇਸ ਫੌਜ 'ਚੋਂ ਜਾ ਰਹੇ ਆ। ਪਰ ਉਸ ਟਾਈਮ ਫਿਰ ਬਾਬਾ ਜਵਾਲਾ ਸਿੰਘ ਨੇ ਆਖਿਆ ਸੀਗਾ ਕਿ ਤੁਸੀਂ ਪਰਮੇਸ਼ਰ ਨੂੰ ਅੰਗ ਸੰਗ ਹੋ ਕੇ ਸਿਮਰਨ ਕਰਿਓ, ਸਾਧਨਾ ਕਰਿਓ। ਅਗਰ ਤੁਸੀਂ ਵਾਹਿਗੁਰੂ ਅੰਗ ਸੰਗ ਸਮਝੋਗੇ ਤਾਂ ਅਸੀਂ ਵੀ ਆਪ ਜੀ ਦੇ ਅੰਗ ਸੰਗ ਰਹਾਂਗੇ। ਇਹ ਤਾਤਕ ਉਪਦੇਸ਼ ਜਿਹੜੇ ਸੀਗੇ ਉਹ ਆਪਣੇ ਨਾਲ ਦੇ ਫੌਜ ਦੇ ਸਾਥੀਆਂ ਨੂੰ ਦਿੱਤੇ ਸੀ। ਉਸ ਤੋਂ ਬਾਅਦ ਫਿਰ ਫੌਜ ਦੇ ਸਾਥੀਆਂ ਨੇ ਬਾਬਾ ਜਵਾਲਾ ਸਿੰਘ ਹੁਣਾਂ ਦੇ ਨਾਂ ਕਟਾਉਣ ਤੋਂ ਬਾਅਦ ਫਿਰ ਦੁਬਾਰਾ ਅਖੰਡ ਪਾਠ ਸਾਹਿਬ ਫੌਜ ਦੇ ਗੁਰਦੁਆਰੇ 'ਚ ਰੱਖਿਆ ਸੀਗਾ, ਭੋਗ ਪਾਇਆ ਸੀ। ਉਸ ਤੋਂ ਬਾਅਦ ਫੌਜ ਦੇ ਸਾਰੇ ਜਵਾਨ ਜਿਹੜੇ ਸੀ ਮਹਾਂਪੁਰਖਾਂ ਨੂੰ ਛੱਡਣ ਵਾਸਤੇ ਉਹਨਾਂ ਟਾਈਮਾਂ ਦੇ ਵਿੱਚ ਫਿਰ ਗੱਡੀ ਤੱਕ ਗਏ ਸੀਗੇ। ਜਦ ਰੇਲ ਗੱਡੀ 'ਚ ਚੜ੍ਹਾ ਕੇ ਫਿਰ ਜਿਹੜੇ ਫੌਜ ਦੇ ਜਵਾਨ ਸੀਗੇ ਉਸ ਤੋਂ ਵਾਪਸ ਫੌਜ 'ਚ ਆਏ ਸੀ। ਅਤੇ ਉਸ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਜਿਹੜੇ ਸੀਗੇ ਸਿੱਧੇ ਹੀ ਫਿਰ ਹੋਤੀ ਮੈਦਾਨ ਪਹੁੰਚ ਗਏ ਸੀਗੇ। ਜਦ ਹੋਤੀ ਮੈਦਾਨ ਪਹੁੰਚੇ ਇੱਥੇ ਮਹਾਂਪੁਰਖਾਂ ਨੇ ਫਿਰ 6 ਮਹੀਨੇ ਦਿਨ ਰਾਤ ਬਾਬਾ ਆਇਆ ਸਿੰਘ ਹੁਣਾਂ ਦੀ ਸੇਵਾ ਕੀਤੀ ਸੀ। ਉਹਨਾਂ ਟਾਈਮਾਂ ਦੇ ਵਿੱਚ ਜਦੋਂ ਸੇਵਾ ਕੀਤੀ ਆ, ਇਸ ਤਰ੍ਹਾਂ ਸੇਵਾ ਕਰਦਿਆਂ ਇੱਕ ਦਿਨ ਸੰਤ ਬਿਸ਼ਨ ਸਿੰਘ ਜੀ ਜਿਹੜੇ ਸੀਗੇ ਉਹ ਪੰਜਾਬ ਤੋਂ ਜਦ ਹੋਤੀ ਮੈਦਾਨ ਪਹੁੰਚੇ ਸੀਗੇ ਅਤੇ ਉਹਨਾਂ ਨੇ ਜਦ ਬਾਬਾ ਜਵਾਲਾ ਸਿੰਘ ਹੁਣਾਂ ਨੇ ਇਸ ਤਰ੍ਹਾਂ ਸੇਵਾ ਕਰਦਿਆਂ ਦੇਖਿਆ ਅਤੇ ਬੜੇ ਗਦਗਦ ਹੋਏ। ਮਨ ਦੇ ਵਿੱਚ ਬਾਬਾ ਬਿਸ਼ਨ ਸਿੰਘ ਹੁਣਾਂ ਨੇ ਇਹ ਵਿਚਾਰ ਕੀਤੀ ਕਿ ਇਹਨਾਂ ਮਹਾਂਪੁਰਖਾਂ ਨੂੰ ਮੈਂ ਪੰਜਾਬ ਦੇ ਵਿੱਚ ਲੈ ਕੇ ਜਾਊਂਗਾ। ਪਰ ਉਸ ਟਾਈਮ ਕਿਉਂਕਿ ਬਾਬਾ ਜਵਾਲਾ ਸਿੰਘ ਹੁਣਾਂ ਦਾ ਮਨ 'ਚ ਇਹ ਮਨਸ਼ਾ ਸੀਗੀ ਕਿ ਮੈਂ ਸਾਰੀ ਉਮਰ ਬਾਬਾ ਆਇਆ ਸਿੰਘ ਹੁਣਾਂ ਦੀ ਸੇਵਾ ਕਰਨੀ ਆ, ਪਰ ਸੰਤ ਬਿਸ਼ਨ ਸਿੰਘ ਹੁਣਾਂ ਦੇ ਮਨ 'ਚ ਸੀਗੀ ਵੀ ਕਿਸੇ ਵੀ ਤਰ੍ਹਾਂ ਸੰਤ ਆਇਆ ਸਿੰਘ ਨੂੰ ਮਨਾ ਕੇ ਅਤੇ ਮੈਂ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਪੰਜਾਬ ਲੈ ਕੇ ਆਊਂਗਾ। ਉਸ ਤੋਂ ਬਾਅਦ ਫਿਰ ਸੰਤ ਬਿਸ਼ਨ ਸਿੰਘ ਹੁਣਾਂ ਨੇ ਵੀ ਬਾਬਾ ਜਵਾਲਾ ਸਿੰਘ ਹੁਣਾਂ ਦੇ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਸੇਵਾ ਕਰਦੇ ਕਿ ਇੱਕ ਦਿਨ ਫਿਰ ਬਾਬਾ ਆਇਆ ਸਿੰਘ ਜਿਹੜੇ ਅੰਤਰਾਤਮੇ ਘਟ ਦੀ ਜਾਣਨ ਵਾਲੇ ਸੀ ਅਤੇ ਉਹਨਾਂ ਨੇ ਸੰਤ ਬਿਸ਼ਨ ਸਿੰਘ ਹੁਣਾਂ ਨੂੰ ਸੇਵਾ ਦਾ ਮਨੋਰਥ ਪੁੱਛਿਆ ਅਤੇ ਫਿਰ ਸੰਤ ਬਾਬਾ ਬਿਸ਼ਨ ਸਿੰਘ ਹੁਣਾਂ ਨੇ ਇਹ ਬੇਨਤੀ ਕੀਤੀ ਕਿ ਤੁਸੀਂ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਮੇਰੇ ਨਾਲ ਪੰਜਾਬ ਭੇਜ ਦਿਓ। ਜਦ ਇਹ ਬੇਨਤੀ ਜਿਹੜੀ ਸੀ ਸੰਤ ਬਾਬਾ ਬਿਸ਼ਨ ਸਿੰਘ ਹੁਣਾਂ ਨੇ ਬਾਬਾ ਆਇਆ ਸਿੰਘ ਜੀ ਦੇ ਚਰਨਾਂ 'ਚ ਕੀਤੀ ਸੀ। ਪਹਿਲਾਂ ਤਾਂ ਸੰਤ ਬਾਬਾ ਆਇਆ ਸਿੰਘ ਜੀ ਕੁਛ ਟਾਈਮ ਚੁੱਪ ਰਹੇ ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਬਾਬਾ ਜਵਾਲਾ ਸਿੰਘ ਹੁਣੀ ਜਿਹੜੇ ਆ ਉਹਨਾਂ ਨੂੰ ਛੱਡ ਕੇ ਪੰਜਾਬ ਚਲੇ ਜਾਣ। ਪਰ ਫਿਰ ਕੁਛ ਚਿਰ ਬਾਅਦ ਫਿਰ ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਬਾਬਾ ਕਰਮ ਸਿੰਘ ਹੁਣਾਂ ਦੀ ਇਹ ਹੀ ਇੱਛਾ ਹੈਗੀ ਆ, ਜਿਵੇਂ ਉਹਨਾਂ ਦੀ ਇੱਛਾ ਹੋਊਗੀ ਉਸੇ ਤਰ੍ਹਾਂ ਹੋਊਗਾ। ਉਸ ਤੋਂ ਬਾਅਦ ਫਿਰ ਸੰਤ ਬਾਬਾ ਆਇਆ ਸਿੰਘ ਹੁਣਾਂ ਨੇ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਆਪਣੇ ਪਾਸ ਬੁਲਾਇਆ ਅਤੇ ਉਹਨਾਂ ਨੂੰ ਇਹ ਆਖਿਆ ਕਿ ਸੰਤ ਬਾਬਾ ਕਰਮ ਸਿੰਘ ਹੁਣਾਂ ਦੀ ਇੱਛਾ ਹੈਗੀ ਕਿ ਤੁਸੀਂ ਪੰਜਾਬ ਜਾਵੋ, ਪੰਜਾਬ ਦੇ ਇੱਕ ਸਥਾਨ 'ਤੇ ਜਾ ਕੇ ਤੁਹਾਨੂੰ ਹੁਣ ਸਿੱਖੀ ਦਾ ਪ੍ਰਚਾਰ ਕਰਨ ਦਾ ਸਮਾਂ ਜਿਹੜਾ ਹੈਗਾ ਗੁਰੂ ਨਾਨਕ ਵੱਲੋਂ ਬਖਸ਼ਿਆ ਗਿਆ ਹੈਗਾ, ਤੁਸੀਂ ਉੱਥੇ ਹੁਣ ਜਾ ਕੇ ਆਪਣੀ ਸਿੱਖੀ ਦਾ ਪ੍ਰਚਾਰ ਕਰੋ। ਉਸ ਤੋਂ ਬਾਅਦ ਫਿਰ ਸੰਤ ਬਾਬਾ ਬਿਸ਼ਨ ਸਿੰਘ ਜਿਹੜੇ ਸੀਗੇ ਇਹ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਆਪਣੇ ਪਾਸ ਲੈ ਕੇ ਉਹਨਾਂ ਟਾਈਮਾਂ ਦੇ ਵਿੱਚ ਫਿਰ ਪੰਜਾਬ ਪਹੁੰਚ ਗਏ ਸੀਗੇ। ਜਦੋਂ ਬਾਬਾ ਜੀ ਪੰਜਾਬ ਆਏ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਸਤੰਬਰ 1917 ਦੇ ਵਿੱਚ ਪਹਿਲੀ ਵਾਰ ਫਿਰ ਮਹਾਂਪੁਰਖ ਜਿਹੜੇ ਸੀਗੇ ਫਿਰ ਦੁਬਾਰਾ ਆਪਣੇ ਪਿੰਡ ਲੰਗੇਰੀ ਗਏ ਸੀ। ਪਰ ਜਦੋਂ ਪਿੰਡ ਪਹੁੰਚੇ ਸੀ ਪਤਾ ਲੱਗਾ ਕਿ ਬਾਬਾ ਜਵਾਲਾ ਸਿੰਘ ਹੁਣਾਂ ਦੀ ਜਿਹੜੀ ਮਾਤਾ ਜੀ ਆ ਉਹ ਚੜ੍ਹਾਈ ਕਰ ਚੁੱਕੇ ਆ ਅਤੇ ਵੱਡੀ ਭੈਣ ਜਿਹੜੇ ਸੀ ਜੈ ਕੌਰ ਜਿਹੜੇ ਸੀਗੇ ਉਹਨਾਂ ਨੇ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਅਤੇ ਭੈਣ ਜੀ ਦਾ ਪ੍ਰੇਮ ਬਾਬਾ ਜਵਾਲਾ ਸਿੰਘ ਹੁਣਾਂ ਦੇ ਨਾਲ ਇੰਨਾ ਜ਼ਿਆਦਾ ਸੀਗਾ ਜਿਵੇਂ ਬੇਬੇ ਨਾਨਕੀ ਦਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਪ੍ਰੇਮ ਸੀਗਾ। ਉਸ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਆਪਣੀ ਭੈਣ ਦੇ ਨਾਲ ਸਲਾਹ ਮਸ਼ਵਰਾ ਕਰਕੇ ਇਹ ਆਖਿਆ ਸੀਗਾ ਕਿ ਹੁਣ ਤੁਸੀਂ ਮੈਨੂੰ ਰੋਕਿਓ ਨਾ ਅਤੇ ਮੈਂ ਕੁਛ ਟਾਈਮ ਜਿਹੜਾ ਹੈਗਾ ਮਹਾਂਪੁਰਖਾਂ ਦੇ ਪਾਸ ਜਾ ਕੇ ਦਰਸ਼ਨ ਦਿਦਾਰੇ ਕਰਨੇ ਆ। ਇਹ ਸੁਣ ਕੇ ਅਤੇ ਭੈਣ ਜੈ ਕੌਰ ਪਹਿਲਾਂ ਚਾਹੁੰਦੇ ਸੀਗੇ ਕਿ ਬਾਬਾ ਜਵਾਲਾ ਸਿੰਘ ਜੀ ਜਿਹੜੇ ਉਹਨਾਂ ਦੇ ਪਾਸ ਰਹਿਣ, ਪਰ ਹੁਣ ਮਹਾਂਪੁਰਖਾਂ ਦਾ ਬਚਨ ਨੂੰ
ਭੈਣ ਬੀਬੀ ਜੈ ਕੌਰ ਜੀ ਰੋਕ ਨਹੀਂ ਸਕੇ। ਉਸ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਜਿਹੜੇ ਸੀ ਸਭ ਤੋਂ ਪਹਿਲਾਂ ਜਿਆਣ ਮਹਾਂਪੁਰਖ ਬਾਬਾ ਮਹਾਰਾਮ ਸੋਹਣਾ ਦੇ ਚਰਨਾਂ 'ਚ ਪਹੁੰਚੇ। ਉੱਥੇ ਜਾ ਕੇ ਜਿਹੜੇ ਸੀ ਕੁਛ ਦਿਨ ਮਹਾਂਪੁਰਖਾਂ ਦੇ ਚਰਨਾਂ 'ਚ ਸੇਵਾ ਕੀਤੀ। ਉਸ ਤੋਂ ਬਾਅਦ ਫਿਰ ਬਾਬਾ ਜੀ ਜਿਹੜੇ ਸੀਗੇ ਇੱਕ ਅਲਮਸਤ ਫਕੀਰ ਜਿਹੜਾ ਲੁਧਿਆਣੇ ਹੋਇਆ ਉਹਦੇ ਪਾਸ ਪਹੁੰਚੇ। ਇਹ ਜਿਹੜਾ ਫਕੀਰ ਸੀਗਾ ਇਹ ਬਾਣ ਵੜਦਾ ਹੁੰਦਾ ਸੀ, ਬਾਣ ਇਹਨੇ ਬਟਣਾ ਤੋਂ ਬਾਣ ਨਧੇੜ ਦੇਣਾ। ਜਦੋਂ ਬਾਬਾ ਜੀ ਇਹਨਾਂ ਦੇ ਪਾਸ ਗਏ ਸੀ ਤਾਂ ਉਸ ਤੋਂ ਬਾਅਦ ਇਸ ਫਕੀਰ ਨੇ ਪਹਿਲਾਂ ਤਾਂ ਲਾਲ ਅੱਖਾਂ ਕੱਢ ਕੇ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਆਪਣੇ ਕੋਲੋਂ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਬਾਬਾ ਜਵਾਲਾ ਸਿੰਘ ਨਹੀਂ ਗਏ ਤਾਂ ਉਸ ਫਕੀਰ ਨੇ ਕੀਤਾ ਇੱਕ ਮੋਟੇ ਡੰਡੇ ਨਾਲ ਬਾਬਾ ਜਵਾਲਾ ਸਿੰਘ ਹੁਣਾਂ ਦੇ ਸਿਰ ਦੇ ਉੱਤੇ ਵਾਰ ਕੀਤਾ, ਜਿਸ ਤੋਂ ਬਾਅਦ ਬਾਬਾ ਜਵਾਲਾ ਸਿੰਘ ਹੁਣਾਂ ਦੇ ਮੱਥੇ ਵਿੱਚ ਲਹੂ ਦੀ ਤੰਦੀਰੀ ਵਹਿ ਤੁਰੀ। ਪਰ ਬਾਬਾ ਜਵਾਲਾ ਸਿੰਘ ਹੁਣੀ ਭੱਜਣ ਦੀ ਜਗ੍ਹਾ ਜਿਹੜੇ ਸੀ ਉਹ ਫਕੀਰ ਦੇ ਉੱਤੇ ਪ੍ਰਸੰਨ ਹੋ ਕੇ ਹੱਸਣ ਲੱਗ ਪਏ। ਜਦ ਹੱਸਣ ਲੱਗ ਪਏ ਉਸ ਤੋਂ ਬਾਅਦ ਉਹ ਵਾਲਾ ਫਕੀਰ ਨੇ ਜਿਹੜਾ ਸੀ ਬਾਬਾ ਜਵਾਲਾ ਸਿੰਘ ਨੂੰ ਆਪਣੇ ਪਾਸ ਬਾਹੋਂ ਫੜ ਕੇ ਬਿਠਾ ਲਿਆ ਅਤੇ ਇੱਕ ਹਫ਼ਤਾ ਆਪਣੇ ਪਾਸ ਰੱਖਿਆ। ਅਤੇ ਉਸ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਸੀ ਇਸ ਅਲਮਸ ਫਕੀਰ ਤੋਂ ਬਾਅਦ ਫਿਰ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੀ ਸੇਵਾ 'ਚ ਹਾਜ਼ਰ ਹੋ ਗਏ। ਉੱਥੇ ਮਹਾਂਪੁਰਖਾਂ ਦੇ ਪਾਸ ਜਿਹੜੇ ਸੀਗੇ ਕੁਛ ਦਿਨ ਰਹੇ, ਸੇਵਾ ਪਾਣੀ ਕੀਤੀ, ਬਚਨ ਬਲਾਸ ਕੀਤਾ। ਉਸ ਤੋਂ ਬਾਅਦ ਫਿਰ ਵਿਦੋਸ਼ੀ ਪਿੰਡ ਬਾਬਾ ਬੀਰਮਦਾਸ ਜੀ ਦੇ ਪਾਸ ਵੀ ਬਾਬਾ ਜਵਾਲਾ ਸਿੰਘ ਹੁਣੀ ਜਿਹੜੇ ਸੇਵਾ 'ਚ ਹਾਜ਼ਰ ਹੋ ਗਏ। ਇਸੇ ਤਰ੍ਹਾਂ ਬਾਬਾ ਬੀਰਮਦਾਸ ਜੀ ਨੇ ਪਹਿਲਾਂ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਬਾਹਰ ਜਿਹੜੇ ਸੀ ਉਹ ਜਾਣ ਵਾਸਤੇ ਉੱਚੀ ਉੱਚੀ ਕਿਹਾ, ਪਰ ਜਦੋਂ ਬਾਬਾ ਜਵਾਲਾ ਸਿੰਘ ਹੁਣੀ ਉੱਥੇ ਖੜ੍ਹੇ ਰਹੇ ਤਾਂ ਫਿਰ ਬਾਬਾ ਬੀਰਮਦਾਸ ਹੁਣਾਂ ਨੇ ਵੀ ਜਿਹੜਾ ਸੀਗਾ ਇੱਕ ਪੱਥਰ ਬਾਬਾ ਜਵਾਲਾ ਸਿੰਘ ਦੇ ਮਾਰਿਆ ਅਤੇ ਉਹ ਪੱਥਰ ਨਾਲ ਬਾਬਾ ਜਵਾਲਾ ਸਿੰਘ ਹੁਣਾਂ ਦੇ ਸਰੀਰ ਦੇ ਉੱਤੇ ਜਿਹੜਾ ਸੀ ਲਹੂ ਵਗਣ ਲੱਗ ਪਿਆ। ਪਰ ਬਾਬਾ ਜਵਾਲਾ ਸਿੰਘ ਜਿਹੜੇ ਸੀ ਉੱਥੇ ਉਸੇ ਤਰ੍ਹਾਂ ਖੜ੍ਹੇ ਰਹੇ। ਉਸ ਤੋਂ ਬਾਅਦ ਫਿਰ ਬਾਬਾ ਬੀਰਮਦਾਸ ਜੀ ਨੇ ਬਾਂਹ ਫੜ ਕੇ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਆਪਣੇ ਪਾਸ ਬਿਠਾ ਲਿਆ ਸੀਗਾ। ਉਸ ਤੋਂ ਬਾਅਦ ਫਿਰ ਕੁਛ ਟਾਈਮ ਬਾਬਾ ਬੀਰਮਦਾਸ ਦੀ ਸੇਵਾ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਜਿਹੜੇ ਸੀ ਉੱਥੋਂ ਉੱਠ ਕੇ ਇੱਕ ਮੱਠ 'ਚ ਚਲੇ ਗਏ। ਅਤੇ ਜਦ ਮੱਠ 'ਚ ਗਏ ਸੀ ਉਹਨਾਂ ਟਾਈਮਾਂ ਦੇ ਵਿੱਚ ਕੀ ਦੇਖਿਆ ਸੀ ਕਿ ਉੱਥੇ ਇੱਕ ਪੁਰਾਣਾ ਕੁੱਜਾ ਸੀਗਾ। ਉਸ ਕੁੱਜੇ ਦੇ ਵਿੱਚ ਕੁਛ ਪੁਰਾਣੇ ਖਸਖਸ ਦੇ ਦਾਣੇ ਸੀਗੇ। ਜਦੋਂ ਬਾਬਾ ਜਵਾਲਾ ਸਿੰਘ ਹੁਣਾਂ ਨੇ ਉਹ ਦਾਣੇ ਦੇਖੇ, ਉਹਦੀ ਮੁੱਠ ਭਰ ਕੇ ਉਹ ਦਾਣੇ ਜਿੱਦਾਂ ਫੱਕਾ ਮਾਰਿਆ, ਉੱਤੋਂ ਜਿਹੜਾ ਸੀਗਾ ਉਹ ਪਾਣੀ ਛਕ ਲਿਆ। ਪਾਣੀ ਛਕਣ ਤੋਂ ਬਾਅਦ ਜਿਹੜਾ ਸੀਗਾ ਇੰਦਰ ਦੇਵਤਾ ਬੜਾ ਪ੍ਰਸੰਨ ਸੀਗਾ, ਮੀਂਹ ਪੈਣਾ ਸ਼ੁਰੂ ਹੋ ਗਿਆ। ਬਾਬਾ ਜਵਾਲਾ ਸਿੰਘ ਹੁਣੀ ਜਿਹੜੇ ਸੀਗੇ ਉਹ ਆਪਣੇ ਸਿਮਰਨ ਸਾਧਨਾ 'ਚ ਜੁੜ ਗਏ, ਐਸਾ ਜੁੜੇ ਕਿ ਇੱਕ ਹਫ਼ਤਾ ਜਿਹੜੀ ਸੀ ਇਹ ਸਮਾਧੀ ਬਾਬਾ ਜਵਾਲਾ ਸਿੰਘ ਹੁਣਾਂ ਦੀ ਟੁੱਟੀ ਨਹੀਂ। ਪਰ ਹਫ਼ਤੇ ਬਾਅਦ ਜਦੋਂ ਸੁਰਤ ਸਰੀਰ 'ਚੋਂ ਬਾਹਰੇ ਤੇ ਕੀ ਦੇਖਿਆ, ਅਸਮਾਨ ਪੂਰੀ ਤਰ੍ਹਾਂ ਸਾਫ਼ ਸੀਗਾ। ਅਤੇ ਬਾਬਾ ਜਵਾਲਾ ਸਿੰਘ ਜਿਹੜੇ ਸੀਗੇ ਉਸ ਤੋਂ ਬਾਅਦ ਫਿਰ ਉੱਠ ਕੇ ਫਿਰ ਬਾਬਾ ਹਰਨਾਮ ਸਿੰਘ ਜੀ ਜਿਉਣ ਵਾਲੇ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਗਏ ਸੀ। ਸੋ ਦਾਸ ਇੰਨੇ ਹੀ ਵਚਨ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਵਾਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।